ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਤੁਹਾਡੀ ਡਿਮਾਂਡ ਤੇ ਆਪਾਂ ਇੱਥੇ ਇੱਕ ਐਗਰੀਕਲਚਰ ਵਾਸਤੇ ਸੀਰੀਜ਼ ਤਿਆਰ ਕੀਤੀ ਹੈ, ਸਟਾਰਟ ਕੀਤੀ ਹੈ ਆਪਾਂ। ਉਹਦੇ ਵਿੱਚ ਹੁਣ ਤੱਕ ਤੁਹਾਨੂੰ ਇੱਕ ਵੀਡੀਓ ਮਿਲ ਗਈ ਹੋਊਗੀ। ਅੱਜ ਆਪਾਂ ਲੈ ਕੇ ਆਏ ਹਾਂ ਉਹਦਾ ਨੈਕਸਟ ਪਾਰਟ, ਸੈਕਿੰਡ ਵੀਡੀਓ। ਤਾਂ ਪਹਿਲੇ ਪਾਰਟ ਦੇ ਵਿੱਚ ਮੈਂ ਕਰਵਾਇਆ ਸੀ ਤੁਹਾਨੂੰ ਰਾਜੇ ਸੋਇਲ ਵਗੈਰਾ, ਠੀਕ ਹੈ, ਜਿਹਨੂੰ ਆਪਾਂ ਭੂਮੀ ਕਹਿ ਦਿੰਦੇ ਹਾਂ। ਉਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਸਭ ਤੋਂ ਉੱਪਰਲੀ ਜਿਹੜੀ ਸਤਹ ਹੈਗੀ ਆ ਧਰਤੀ ਦੀ, ਉਹਨੂੰ ਏ ਹੋਰੀਜ਼ਨ ਵਗੈਰਾ ਕਹਿੰਦੇ ਆ। ਇੱਕ ਛੋਟੀ ਜਿਹੀ ਕੁਐਰੀਜ਼ ਆਈ ਸੀ ਕਿਸੇ ਬੱਚੇ ਦੀ ਕਿ ਸਰ ਵੀ ਥੋੜ੍ਹਾ ਜਿਹਾ ਡਿਟੇਲ 'ਚ ਕਰਵਾ ਦਿਓ, ਤਾਂ ਉਹ ਵੀਡੀਓ ਜਸਟ ਮੈਂ ਡੈਮੋ ਵਾਸਤੇ ਪਾਈ ਸੀ। ਹੁਣ ਜਿੰਨੀਆਂ ਵੀ ਵੀਡੀਓ ਆਉਣਗੀਆਂ ਪ੍ਰੋਪਰ ਪੂਰੀਆਂ ਡਿਟੇਲ 'ਚ ਆਉਣਗੀਆਂ। ਤਾਂ ਮੈਂ ਤੁਹਾਨੂੰ ਦੱਸ ਦਿੰਦਾ ਰਾਜੇ, ਭੂਮੀ ਦੇ ਵਿੱਚ ਕੀ ਹੁੰਦਾ ਰਾਜੇ, ਜਿਹੜੀ ਸੋਇਲ ਹੁੰਦੀ ਆ ਬੇਸਿਕਲੀ ਉਹਦੇ ਵਿੱਚ ਕੀ ਆ, ਉਹ ਸਿੰਗਲ ਚੀਜ਼ ਨਹੀਂ ਹੁੰਦੀ, ਉਹ ਕਾफ़ੀ ਚੀਜ਼ਾਂ ਦੇ ਮਿਸ਼ਰਣ ਤੋਂ ਬਣੀ ਹੁੰਦੀ ਹੈ। ਜੇ ਉਹਦੇ ਵਿੱਚ ਗੱਲ ਕਰੀਏ ਤਾਂ ਉਹਦੇ ਵਿੱਚ ਜਿਵੇਂ ਸੈਂਡ ਪਾਰਟੀਕਲਸ ਹੁੰਦੇ ਨੇ। ਸੈਂਡ ਪਾਰਟੀਕਲ ਹੁੰਦੇ ਰਾਜੇ ਵੱਡੇ ਵੱਡੇ ਆਕਾਰ ਦੇ ਪਾਰਟੀਕਲ, ਜਿਹਦੇ ਵਿੱਚ ਕੀ ਹੁੰਦੇ ਨੇ, ਗੈਪ ਜ਼ਿਆਦਾ ਹੁੰਦਾ, ਜਿਹਦੇ ਵਿੱਚ ਹਵਾ ਜ਼ਿਆਦਾ ਭਰ ਜਾਂਦੀ ਹੈ। ਹਵਾ ਜ਼ਿਆਦਾ ਭਰਨ ਕਰਕੇ ਉਹਦੇ ਕੀ ਕਰਦੀ ਹੈ, ਪਾਣੀ ਨੂੰ ਜ਼ਿਆਦਾ ਜੀਰ ਲੈਂਦੀ ਹੈ। ਪਾਣੀ ਇਹਦੇ ਵਿੱਚ ਕੀ ਹੁੰਦਾ, ਜਲਦੀ ਜੀਰ ਜਾਂਦਾ, ਰਾਈਟ ਹੈ। ਤਾਂ ਹੀ ਦੇਖੋ ਜਿਹੜੇ ਡੈਜ਼ਰਟ ਵਗੈਰਾ ਹੋ ਗਏ, ਸੈਂਡੀ ਸੋਇਲਸ ਹੋ ਗਈਆਂ, ਉਹਦੇ ਵਿੱਚ ਕੀ ਹੈ, ਖੁਸ਼ਕ ਰਹਿੰਦੀਆਂ ਨੇ ਜ਼ਿਆਦਾ ਦੇਰ। ਉਸ ਤੋਂ ਬਾਅਦ ਅਗਲਾ ਅਗਰ ਇਹਦੀ ਗੱਲ ਕਰੀਏ ਤਾਂ ਸਿਲਟ ਹੁੰਦਾ। ਸਿਲਟ ਕੀ ਹੁੰਦਾ ਰਾਜੇ, ਤੋਂ ਛੋਟੇ ਜਿਹੇ ਘੱਟ ਹੁੰਦੇ ਨੇ, ਮਤਲਬ ਆਕਾਰ 'ਚ ਘੱਟ ਹੁੰਦੇ ਨੇ ਅਤੇ ਨਾਲ ਜੁੜੇ ਹੁੰਦੇ ਨੇ। ਤਾਂ ਇਹ ਹੋ ਗਈ ਆਪਣੇ ਕੋਲ ਸਿਲਟ ਮਿੱਟੀ, ਠੀਕ ਹੈ, ਸਿਲਟ ਕਣ ਹੋ ਗਏ। ਅਤੇ ਸਭ ਤੋਂ ਵਧੀਆ ਜਿਹੜੀ ਮੰਨੀ ਜਾਂਦੀ ਹੈ ਉਪਜਾਊ ਹੁੰਦੀ, ਉਹ ਹੋ ਗਏ ਕਲੇ। ਕਲੇ ਕੀ ਹੁੰਦੇ, ਬਹੁਤ ਛੋਟੇ ਛੋਟੇ ਕਣ ਹੁੰਦੇ ਆ ਅਤੇ ਬਹੁਤ ਨੇੜੇ ਨੇੜੇ ਕੀ ਹੁੰਦੇ ਆ, ਜੁੜੇ ਹੁੰਦੇ ਆ। ਅਤੇ ਜੁੜੇ ਹੋਣ ਕਰਕੇ ਇਹਨਾਂ ਦੇ ਵਿੱਚ ਕੀ ਹੁੰਦਾ ਰਾਜੇ, ਪਾਣੀ ਸਮਾ ਜਾਂਦਾ ਅਤੇ ਕਾਫੀ ਦੇਰ ਤੱਕ ਕੀ ਰਹਿੰਦੀ, ਇਹ ਵੈਟ ਰਹਿੰਦੀ ਆ, ਗਿੱਲੀ ਰਹਿੰਦੀ ਹੈ, ਠੀਕ ਹੈ। ਤਾਂ ਇਹ ਤਿੰਨੇ ਕੀ ਆ, ਬੇਸਿਕ ਕਣ ਹੁੰਦੇ ਨੇ ਕਿਹਦੇ ਵਿੱਚ, ਸੋਇਲ ਦੇ ਵਿੱਚ। ਤਾਂ ਇਹੀ ਕਣ ਦੇ ਆਧਾਰ 'ਤੇ ਕੀ ਹੋ ਜਾਂਦੀ ਹੈ, ਵੱਖਰੀ ਵੱਖਰੀ ਹੋ ਜਾਂਦੀ ਹੈ। ਜਿਹਦੇ ਵਿੱਚ ਸੈਂਡੀ ਕਣ ਜ਼ਿਆਦਾ ਹੋਣਗੇ ਤਾਂ ਸੈਂਡੀ ਸੋਇਲ ਹੋ ਜੂਗੀ, ਜਿਹਦੇ ਵਿੱਚ ਸਿਲਟ ਹੋ ਜੂਗੀ, ਕਲੇ ਹੋ ਜੂਗੀ ਤਾਂ ਉਹ ਕਲੇ ਮਿੱਟੀ ਹੋ ਜੂਗੀ, ਚੀਕਣੀ ਮਿੱਟੀ ਹੋ ਜੂਗੀ। ਅਤੇ ਗੱਲ ਕਰਦੇ ਆ ਹੁਮਸ ਦੀ। ਹੁਮਸ ਹੁੰਦੇ ਰਾਜੇ ਮੱਲੜ ਹੁੰਦੇ ਆ। ਜਿਵੇਂ ਮੰਨ ਲਓ ਕੋਈ ਤੁਸੀਂ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਹੀ ਹੋਊਗਾ, ਜੰਤਰ ਵਗੈਰਾ ਗਾਉਣੇ ਆਪਾਂ, ਜਾਂ ਕੋਈ ਘਾਹ ਫੂਸ ਹੋ ਗਿਆ, ਜਦੋਂ ਆਪਾਂ ਜ਼ਮੀਨ ਨੂੰ ਤਿਆਰ ਕਰਦੇ ਹਾਂ, ਵਾਹ ਕੇ ਕਲਟੀਵੇਟ ਕਰਦੇ ਹਾਂ, ਤਾਂ ਉਹ ਜਿਹੜੇ ਐਕਸਟਰਾ ਪੌਦੇ ਹੁੰਦੇ ਆ, ਨਦੀਨ ਵਗੈਰਾ, ਉਹ ਮਿੱਟੀ ਦੇ ਵਿੱਚ ਗਲ ਸੜ ਜਾਂਦੇ ਆ। ਜਾਂ ਕੋਈ ਨਿੱਕੇ ਨਿੱਕੇ ਜਾਨਵਰ ਹੁੰਦੇ ਆ ਜਿਹੜੇ ਕਿ ਜਿਨ੍ਹਾਂ ਨੂੰ ਆਪਾਂ ਕਿਸਾਨ ਮਿੱਤਰ ਕਹਿੰਦੇ ਹਾਂ, ਜਿਵੇਂ ਗੰਡੋਇਆ ਹੋ ਗਿਆ, ਉਹ ਵੀ ਕੀ ਹੁੰਦੇ ਨੇ, ਜ਼ਮੀਨ ਦੇ ਵਿੱਚ ਹੀ ਰਹਿੰਦੇ ਨੇ। ਉਹ ਸਾਰੇ ਉਹਦੇ ਵਿੱਚ ਮਰ ਸੜ ਕੇ, ਗਲ ਸੜ ਕੇ ਕੀ ਆ, ਮਿਲ ਜਾਂਦੇ ਆ, ਉਹਨੂੰ ਕਹਿ ਦਿੰਦੇ ਆ ਹੁਮਸ। ਤਾਂ ਹੁਮਸ ਕੀ ਕਰਦਾ ਰਾਜੇ, ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਨੇ। ਅਤੇ ਨਾਲ ਹੀ ਗੈਸਿਸ ਹੋ ਗਈਆਂ। ਗੈਸਿਸ ਰਾਜੇ ਇਹਦੇ ਵਿੱਚ ਜਿਵੇਂ ਨਾਈਟ੍ਰੋਜਨ, ਫਾਸਫੋਰਸ ਵਗੈਰਾ ਰਹਿੰਦੀਆਂ ਨੇ, ਜਿਹੜੀਆਂ ਕਿ ਕੁਝ ਨਾ ਕੁਝ ਕਿਰਿਆਵਾਂ ਚੱਲਦੀਆਂ ਰਹਿੰਦੀਆਂ ਨੇ ਮਿੱਟੀ ਦੇ ਵਿੱਚ, ਠੀਕ ਹੈ। ਤਾਂ ਗੈਸਿਸ ਤਾਂ ਹੋਣਗੀਆਂ ਹੀ ਹੋਣਗੀਆਂ। ਅਤੇ ਸਭ ਤੋਂ ਮਹੱਤਵਪੂਰਨ ਹੁੰਦਾ ਰਾਜੇ ਵਾਟਰ। ਤਾਂ ਵਾਟਰ ਬਿਨਾਂ ਤਾਂ ਮਿੱਟੀ ਹੋਊਗੀ ਨਹੀਂ ਹੋਊਗੀ। ਅਤੇ ਆਈ ਹੋਪ ਤੁਹਾਨੂੰ ਰਾਜੇ ਸਮਝ ਲੱਗ ਗਿਆ ਹੋਊਗਾ ਵੀ ਸੋਇਲ ਵਗੈਰਾ ਕੀ ਹੁੰਦੀ ਹੈ, ਕਿਉਂਕਿ ਪਹਿਲੀ ਵੀਡੀਓ 'ਚ ਮੈਂ ਸੋਇਲ ਕਰਵਾਇਆ ਸੀ, ਇਹਦੇ ਟਾਈਪਸ ਕਰਵਾਈਆਂ ਸੀਗੀਆਂ। ਅਤੇ ਅੱਜ ਦੀ ਵੀਡੀਓ ਬਹੁਤ ਮਹੱਤਵਪੂਰਨ ਹੈ, ਕਿਉਂਕਿ ਅੱਜ ਆਪਾਂ ਪੜ੍ਹਾਂਗੇ ਸੀਜ਼ਨ ਕ੍ਰੌਪਸ, ਕਿਹੜੇ ਕਿਹੜੇ ਸੀਜ਼ਨ ਹੁੰਦੇ ਆ, ਕਿਹੜੀ ਕਿਹੜੀ ਫਸਲ ਕਦੋਂ ਉਗਾਈ ਜਾਂਦੀ ਹੈ, ਕਦੋਂ ਕੱਟੀ ਜਾਂਦੀ ਹੈ। ਜਿਵੇਂ ਰੱਬੀ ਦੇ ਅੰਡਰ ਕਿਹੜੀਆਂ ਆਉਂਦੀਆਂ ਨੇ, ਖਰੀਫ ਦੇ ਅੰਡਰ ਕਿਹੜੀਆਂ ਆਉਂਦੀਆਂ ਨੇ, ਜ਼ੈਦ ਦੇ ਅੰਡਰ ਕਿਹੜੀਆਂ ਆਉਂਦੀਆਂ ਨੇ। ਅਤੇ ਬੇਸਿਕਲੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੀ ਜਾਣਕਾਰੀ ਦੇ ਦਿੰਦਾ। ਇੱਕ ਆਪਣਾ ਪੇਡ ਕੋਰਸ ਚੱਲ ਰਿਹਾ, ਉਹ ਮੈਂ ਤਾਂ ਜਾਣਕਾਰੀ ਦੇ ਰਿਹਾ ਕਿਉਂਕਿ ਮੈਨੂੰ ਨਾ ਇਕੱਲਾ ਮੈਸੇਜ ਆਉਂਦਾ, ਫਿਰ ਮੈਨੂੰ ਰਿਪਲਾਈ ਕਰਨਾ ਔਖਾ ਹੋ ਜਾਂਦਾ। ਰੇਸ ਅਕੈਡਮੀ ਦੇ ਵਿੱਚ ਇੱਕ ਕੋਰਸ ਚੱਲ ਰਿਹਾ ਜਿਹਦੇ ਵਿੱਚ ਆਪਾਂ ਕੰਪਲੀਟ ਕੰਪਿਊਟਰ ਪਲੱਸ ਐਗਰੀਕਲਚਰ ਕਰ ਰਹੇ ਹਾਂ। ਉਹ ਮੈਂ ਕੋਰਸ ਅਲੱਗ ਤਾਂ ਹੀ ਕਰਵਾਇਆ ਕਿਉਂਕਿ ਹਾਂਜੀ, ਮੈਂ ਗੱਲ ਕਰ ਰਿਹਾ ਸੀ ਤੁਹਾਨੂੰ, ਮੈਂ ਕੋਰਸ ਬਾਰੇ ਗੱਲ ਕਰ ਰਿਹਾ ਸੀ। ਉਹਦੇ ਵਿੱਚ ਮੈਂ ਕੰਪਿਊਟਰ ਤਾਂ ਕਰਵਾ ਹੀ ਰਿਹਾ ਸੀ, ਨਾਲ ਮੈਂ ਉਹਨਾਂ ਨੂੰ ਕੀ ਕਰਾ ਰਿਹਾ, ਫ੍ਰੀ ਆਫ ਕੋਸਟ ਨਾਲ ਹੀ ਮੈਂ ਉਹਨਾਂ ਨੂੰ ਇੱਕ ਐਗਰੀਕਲਚਰ ਦੀ ਵੀ ਦੇਤੀ, ਠੀਕ ਹੈ। ਉਹਨਾਂ ਨੇ ਇੱਕ ਸਿਰਫ ਕੰਪਿਊਟਰ ਦਾ ਕੋਰਸ ਅਲੱਗ ਕਰਾਇਆ ਸੀ, ਮੈਂ ਨਾਲ ਉਹਨਾਂ ਨੂੰ ਐਗਰੀਕਲਚਰ ਵੀ ਕਰਵਾ ਰਿਹਾ, ਠੀਕ ਹੈ। ਕਿਉਂਕਿ ਆਪਣਾ ਮੋਟਿਵ ਕੀ ਹੈ ਕਿ ਵੱਧ ਤੋਂ ਵੱਧ ਬੱਚੇ ਸਿਲੈਕਟ ਹੋ ਸਕਣ। ਅਤੇ ਜਿਹੜੀ ਅੱਜ ਦੀ ਵੀਡੀਓ ਮੈਂ ਪਾ ਰਿਹਾ ਬੇਸਿਕਲੀ ਉਹ ਕੋਰਸ ਦੀ ਵੀਡੀਓ ਹੀ ਹੈ, ਜਿਹੜੀ ਕਿ ਮੈਂ ਡੈਮੋ ਪਰਪਸ ਵਾਸਤੇ ਪਾ ਰਿਹਾ। ਕਈ ਬੱਚੇ ਡੈਮੋ ਮੰਗਦੇ ਸੀਗੇ, ਵੈਸੇ ਡੈਮੋ ਦੀ ਤਾਂ ਜ਼ਰੂਰਤ ਹੈ ਹੀ ਨਹੀਂ ਕਿਉਂਕਿ YouTube 'ਤੇ ਬਹੁਤ ਵੀਡੀਓ ਪਈਆਂ, ਤੁਸੀਂ ਮੈਨੂੰ ਦੇਖਿਆ ਹੀ ਹੋਇਆ। YouTube 'ਤੇ ਪੜ੍ਹਾਉਣ ਦਾ ਤਰੀਕਾ ਮੇਰਾ ਸਭ ਨੂੰ ਪਤਾ ਹੀ ਹੈ। ਤਾਂ YouTube ਤੋਂ ਪਲੱਸ ਹੀ ਹੋਊਗਾ, ਮਾਈਨਸ ਨਹੀਂ ਹੋਊਗਾ ਕੋਈ ਚੀਜ਼। ਮਤਲਬ ਕਿ YouTube 'ਤੇ ਜਿੰਨਾ ਪੜ੍ਹਾਉਣਾ ਮੈਂ, ਇਹ ਨਹੀਂ ਕਿ ਗੱਲ ਕਿ YouTube 'ਤੇ ਮੈਂ ਵਧੀਆ ਨਹੀਂ ਪੜ੍ਹਾਉਂਦਾ, YouTube 'ਤੇ ਜਿੰਨਾ ਪੜ੍ਹਾ ਰਿਹਾ ਤਾਂ ਉਸ ਤੋਂ ਕੋਈ ਪਲੱਸ ਚੀਜ਼ ਹੀ ਹੋਊਗੀ ਤੁਹਾਨੂੰ ਪੇਡ ਦੇ ਵਿੱਚ, ਤਾਂ ਹੀ ਮੈਂ ਉਹ ਪੇਡ ਕੀਤਾ। ਅਦਰਵਾਈਜ਼ ਕੀ ਆ, ਫ੍ਰੀ ਆਫ ਕੋਸਟ ਜੇ ਪੜ੍ਹਨਾ ਤੁਸੀਂ ਤਾਂ ਸਾਰਾ ਕੁਛ YouTube 'ਤੇ ਵੀ ਮਿਲ ਰਿਹਾ ਤੁਹਾਨੂੰ। ਅਤੇ ਜੇ ਕਈ ਬੱਚੇ ਹੁੰਦੇ ਆ ਵੀ ਜਲਦੀ ਸਿਲੇਬਸ ਕਵਰ ਕਰਨਾ ਹੈ, ਮੈਂ ਐਕਸਟਰਾ ਚੀਜ਼ਾਂ ਪੜ੍ਹਨੀਆਂ ਨੇ, ਤਾਂ ਉਹ ਪੇਡ ਦੇ ਵਿੱਚ ਆ ਸਕਦੇ ਆ। ਇਹ ਪੇਡ ਦੀ ਡਿਟੇਲ, ਫੀਸ ਵਗੈਰਾ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ, ਤੁਹਾਨੂੰ ਸਾਰਿਆਂ ਨੂੰ ਮੇਰਾ ਨੰਬਰ ਪਤਾ ਹੀ ਹੈ, ਰਾਈਟ ਹੈ। ਚਲੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। ਔਰ ਅੱਜ ਦੀ ਵੀਡੀਓ ਨੂੰ ਧਿਆਨ ਨਾਲ ਦੇਖਣਾ, ਇੱਥੋਂ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਆਪ ਸਭ ਜੀ ਦਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ, ਆਪਾਂ ਇੱਥੇ ਐਗਰੀਕਲਚਰ ਸਟਾਰਟ ਕੀਤੀ ਹੈ।
ਅੱਜ ਮੈਂ ਨੈਕਸਟ ਤੁਹਾਡੇ ਵਾਸਤੇ ਲੈ ਕੇ ਆਇਆ ਐਗਰੀਕਲਚਰ ਦੀ ਵੀਡੀਓ, ਜਿਹੜੀ ਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਰਹੂਗੀ। ਤੇ ਇਹਦੇ ਵਿੱਚ ਆਪਾਂ ਪੜਾਂਗੇ ਅੱਜ ਸੈਸ਼ਨਲ ਕ੍ਰੌਪਸ ਕਿਹੜੀਆਂ ਹੁੰਦੀਆਂ, ਕਿਹੜੀਆਂ ਕ੍ਰੌਪਸ ਉਹਨਾਂ ਦੇ ਅੰਡਰ ਆਉਂਦੀਆਂ, ਜਾਂ ਐਗਜ਼ਾਮ ਦੇ ਵਿੱਚ ਐਗਜ਼ਾਮੀਨਰ ਕਿਵੇਂ ਆਪਾਂ ਨੂੰ ਕੁਐਸਚਨ ਪੁੱਟ ਕਰ ਸਕਦਾ ਹੈ। ਰਾਈਟ ਹੈ। ਆਈ ਹੋਪ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓ ਵੀ ਪਸੰਦ ਆਈਆਂ ਹੋਣੀਆਂ ਔਰ ਤੁਹਾਨੂੰ ਸਮਝ ਆ ਗਈਆਂ ਹੋਣੀਆਂ। ਤੇ ਜੇ ਕੋਈ ਡਾਊਟ ਵਗੈਰਾ ਹੋਇਆ ਤੁਸੀਂ ਮੈਨੂੰ ਕਮੈਂਟ ਵਗੈਰਾ ਤੇ ਮੈਸੇਜ ਵਗੈਰਾ ਕਰ ਸਕਦੇ ਹੋ। ਰਾਈਟ ਹੈ। ਅੱਜ ਸਟਾਰਟ ਕਰਦੇ ਹਾਂ। ਪਿਛਲੀ ਵੀਡੀਓ ਦੇ ਵਿੱਚ ਇੱਕ ਛੋਟੀ ਜਿਹੀ ਚੀਜ਼ ਸਕਿਪ ਹੋ ਗਈ ਸੀਗੀ। ਉਹ ਚੀਜ਼ ਕੀ ਸਕਿਪ ਹੋਈ ਹੈ? ਕਈ ਵਾਰੀ ਮੈਂ ਦੇਖੋ ਰਿਵਿਊ ਕੀਤਾ, ਐਨਾਲਿਸਿਸ ਕੀਤਾ ਕੁਝ ਪੇਪਰਾਂ ਦਾ, ਉਹਦੇ ਵਿੱਚ ਪੁੱਛ ਲੈਂਦਾ ਰਾਜੇ ਜਿਵੇਂ ਐਗਰੀਕਲਚਰ ਜਿਹੜਾ ਵਰਡ ਹੈਗਾ ਉਹ ਕਿਹੜੀ ਲੈਂਗੁਏਜ ਤੋਂ ਡਰਾਈਵ ਹੋਇਆ ਹੋਇਆ, ਤਾਂ ਆਪਾਂ ਥੋੜ੍ਹਾ ਜਿਹਾ ਇਹਦੇ ਬਾਰੇ ਜਾਣਕਾਰੀ ਲੈ ਲੈਂਦੇ ਹਾਂ। ਖੇਤੀਬਾੜੀ, ਜਿਵੇਂ ਪੰਜਾਬੀ 'ਚ ਆਪਾਂ ਖੇਤੀਬਾੜੀ ਕਹਿ ਦਿੰਦੇ ਹਾਂ, ਇੰਗਲਿਸ਼ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਐਗਰੀਕਲਚਰ। ਤਾਂ ਬੇਸਿਕਲੀ ਜਿਹੜਾ ਇਹ ਵਰਡ ਲਿਆ ਗਿਆ ਰਾਜੇ, ਇਹ ਲੈਟਿਨ ਵਰਡ ਹੈ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਲਾਤੀਨੀ ਭਾਸ਼ਾ। ਇਹਦੇ ਵਿੱਚ ਕੀ ਹੁੰਦਾ, ਜਿਹੜਾ ਐਗਰੀਕਲਚਰ ਵਰਡ ਕਿੱਥੋਂ ਬਣਿਆ? ਐਗਰੀਕਲਚਰਾ ਤੋਂ ਬਣਿਆ। ਐਗਰੀਕਲਚਰਾ ਤੋਂ ਕੀ ਵਰਡ ਬਣ ਗਿਆ? ਐਗਰੀਕਲਚਰ। ਤੇ ਇਹਦੇ ਵਿੱਚ ਜਿਹੜੀ ਐਗਰ ਹੈ, ਐਗਰ ਤੋਂ ਮਤਲਬ ਹੁੰਦਾ ਜਿਵੇਂ ਕੋਈ ਲੈਂਡ ਹੋ ਗਈ ਜਿਹਦੇ ਉੱਪਰ ਆਪਾਂ ਕੀ ਕਰਾਂਗੇ, ਕਲਟੀਵੇਸ਼ਨ ਵਗੈਰਾ ਕਰਾਂਗੇ। ਕੋਈ ਜ਼ਮੀਨ ਦਾ ਟੁਕੜਾ ਹੋ ਗਿਆ, ਜਿਹਨੂੰ ਪੰਜਾਬੀ ਦੇ ਵਿੱਚ ਪਿੰਡਾਂ ਦੇ ਵਿੱਚ ਖੇਤ ਕਹਿ ਦਿੰਦੇ ਆ। ਰਾਈਟ ਹੈ। ਤੇ ਕਲਚਰਾ ਮਤਲਬ ਕੀ ਹੋ ਗਿਆ ਕਿ ਕਾਸ਼ਤ ਕਰਨੀ, ਕਲਟੀਵੇਸ਼ਨ ਕਰਨੀ, ਕੋਈ ਚੀਜ਼ ਦੀ ਵਾਸਤੇ ਆਪਾਂ ਕੀ ਕਰਾਂਗੇ, ਉਹਨੂੰ ਇਰੀਗੇਸ਼ਨ ਸਿਸਟਮ, ਮਤਲਬ ਇਰੀਗੇਸ਼ਨ ਕਰਾਂਗੇ, ਪਾਣੀ ਦੇਵਾਂਗੇ, ਤਾਂ ਉਹ ਸਾਰਾ ਕੁਝ ਕੀ ਹੋ ਜਾਊਗਾ, ਕਾਸ਼ਤ ਕਰਨੀ ਦੇ ਵਿੱਚ ਆ ਜਾਊਗਾ। ਤਾਂ ਆਪਾਂ ਇੱਦਾਂ ਕਹਿ ਸਕਦੇ ਹਾਂ ਐਗਰੀਕਲਚਰ ਦਾ ਮਤਲਬ ਕੀ ਹੈ? ਖੇਤੀਬਾੜੀ ਕਰਨਾ। ਰਾਈਟ ਹੈ। ਤਾਂ ਇਹ ਕੁਐਸਚਨ ਕਿਵੇਂ ਨਿਕਲ ਕੇ ਆਉਂਦਾ? ਕੁਐਸਚਨ ਤੁਹਾਡੇ ਵਾਸਤੇ ਆਹੀ ਇੰਪੋਰਟੈਂਟ ਰਹੂਗਾ ਵੀ ਜਿਹੜਾ ਐਗਰੀਕਲਚਰ ਹੈ ਇਹ ਵਰਡ ਗ੍ਰੀਕ ਹੈ, ਲੈਟਿਨ ਹੈ, ਜਰਮਨ ਹੈ ਜਾਂ ਸਪੈਨਿਸ਼ ਹੈ। ਤਾਂ ਯਾਦ ਰੱਖਿਓ, ਜ਼ਿਆਦਾਤਰ ਜਿਹੜੇ ਵੀ ਵਰਡ ਲਏ ਗਏ ਐਗਰੀਕਲਚਰ ਦੇ ਉਹ ਕਿੱਥੋਂ ਲਏ ਗਏ ਆ? ਲੈਟਿਨ ਵਰਡ ਤੋਂ। ਰਾਈਟ ਹੈ ਜੀ। ਚਲੋ ਨੈਕਸਟ ਦੇਖਦੇ ਹਾਂ ਆਪਾਂ। ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਆਪਾਂ ਉੱਤੇ ਆਵਾਂਗੇ। ਉਸ ਤੋਂ ਪਹਿਲਾਂ ਦੇਖੋ ਇੱਕ ਬੇਸਿਕ ਕੁਐਸਚਨ ਪੁੱਛਿਆ ਹੋਇਆ ਪਿਛਲੇ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ, ਤਾਂ ਇੱਦਾਂ ਦੇ ਕੁਐਸਚਨ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ। ਤਾਂ ਉਸ ਟਾਈਮ ਆਪਾਂ ਪ੍ਰੈਸ਼ਰ ਦੇ ਵਿੱਚ ਹੁੰਦੇ ਆ, ਕਈ ਵਾਰੀ ਆਪਾਂ ਕੀ ਕਰਦੇ ਆ, ਜਿਹੜਾ ਈਜ਼ੀ ਕੁਐਸਚਨ ਹੁੰਦਾ ਉਹਨੂੰ ਵੀ ਆਪਾਂ ਕੀ ਕਰਕੇ ਆਉਣੇ ਆ, ਰੋਂਗ ਕਰ ਦਿੰਦੇ ਆ। ਪਰ ਆਪਾਂ ਉਹ ਨਹੀਂ ਕਰਨਾਗਾ, ਆਪਾਂ ਪੂਰੇ ਧਿਆਨ ਦੇ ਨਾਲ ਕੁਐਸਚਨ ਅਟੈਂਪਟ ਕਰਨਾ। ਕੀ ਕਹਿੰਦਾ ਪ੍ਰਾਇਮਰੀ ਰਿਸੋਰਸ ਫॉर ਐਗਰੀਕਲਚਰ। ਪੰਜਾਬੀ ਦੇ ਵਿੱਚ ਮੈਂ ਦੱਸ ਦਿੰਦਾ ਰਾਜੇ, ਕਹਿੰਦਾ ਜਿਹੜੇ ਬੇਸਿਕ ਮਤਲਬ ਜਿਹੜੇ ਰਿਸੋਰਸਿਸ ਹੈ ਜਿਹੜੇ ਕਿ ਖੇਤੀਬਾੜੀ ਕਰਨ ਵਾਸਤੇ ਚਾਹੀਦੇ ਆ ਉਹ ਕਿਹੜੇ ਆ? ਜਿਵੇਂ ਮੰਨ ਲਓ ਕਹਿੰਦਾ ਬੀਜ ਹੋ ਗਿਆ, ਫਰਟੀਲਾਈਜ਼ਰ ਹੋ ਗਏ, ਪੈਸਟੀਸਾਈਡ ਹੋ ਗਏ, ਠੀਕ ਹੈ, ਦਵਾਈਆਂ ਵਗੈਰਾ ਕੀੜੇ ਮਾਰ ਜਿਹੜੀਆਂ ਆਪਾਂ ਵਰਤਦੇ ਹਾਂ। ਜਾਂ ਕਹਿੰਦਾ ਬੀਜ ਹੋ ਗਿਆ, ਪਾਣੀ ਹੋ ਗਿਆ, ਹਵਾ ਹੋ ਗਈ, ਠੀਕ ਹੈ। ਜਾਂ ਕਹਿੰਦਾ ਵੀ ਲੈਂਡ ਚਾਹੀਦੀ ਆ, ਫਰਟੀਲਾਈਜ਼ਰ ਚਾਹੀਦੇ ਆ ਤੇ ਵਾਟਰ ਚਾਹੀਦਾ ਹੈ। ਪਰ ਇਹਦਾ ਰਾਈਟ ਆਨਸਰ ਹੈਗਾ ਰਾਜੇ, ਸਭ ਤੋਂ ਪਹਿਲਾਂ ਆਪਾਂ ਨੂੰ ਕੀ ਚਾਹੀਦੀ ਹੈ? ਜ਼ਮੀਨ। ਜ਼ਮੀਨ ਦਾ ਟੁਕੜਾ ਹੋਊਗਾ ਆਪਾਂ ਤਾਂ ਹੀ ਖੇਤੀਬਾੜੀ ਕਰਾਂਗੇ ਨਾ। ਤਾਂ ਬੇਸਿਕ ਨੀਡ ਕੀ ਆਪਣੀ? ਜ਼ਮੀਨ। ਜ਼ਮੀਨ ਤੋਂ ਬਾਅਦ ਆ ਗਈ ਆਪਣੀ ਏਅਰ। ਜੇ ਹਵਾ ਨਹੀਂ ਹੋਊਗੀ ਤਾਂ ਆਪਣੀ ਕਦੇ ਵੀ ਆਪਾਂ ਕਲਟੀਵੇਸ਼ਨ ਮਤਲਬ ਕਿ ਖੇਤੀਬਾੜੀ ਨਹੀਂ ਕਰ ਸਕਦੇ, ਨਾ ਤਾਂ ਉਹਦੇ ਵਿੱਚ ਕੋਈ ਚੀਜ਼ ਉੱਗੂਗੀ। ਰਾਈਟ ਹੈ। ਤੀਜਾ ਸਭ ਤੋਂ ਮਹੱਤਵਪੂਰਨ ਰਿਸੋਰਸ ਹੈਗਾ ਰਾਜੇ ਵਾਟਰ। ਵਾਟਰ ਬਿਨਾਂ ਤਾਂ ਐਗਰੀਕਲਚਰ ਪੋਸੀਬਲ ਹੀ ਨਹੀਂ ਹੈਗੀ 1% ਵੀ। ਤਾਂ ਇਹ ਜਿਹੜੇ ਤਿੰਨੇ ਹੈਗੇ ਰਾਜੇ, ਇਹ ਹੈਗੇ ਆ ਬੇਸਿਕ ਪ੍ਰਾਇਮਰੀ ਨੀਡਸ ਜਾਂ ਪ੍ਰਾਇਮਰੀ ਰਿਸੋਰਸ ਫॉर ਐਗਰੀਕਲਚਰ। ਤਾਂ ਇਦਾਂ ਦਾ ਕੁਐਸਚਨ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਤਾਂ ਆਪਾਂ ਹਰ ਇੱਕ ਪੱਖੋਂ ਤੋਂ ਤਿਆਰੀ ਕਰਕੇ ਜਾਣੀ ਆ ਆਉਣ ਵਾਲੇ ਪੇਪਰ ਪਟਵਾਰੀ ਵਾਸਤੇ। ਨੈਕਸਟ ਦੇਖਦੇ ਹਾਂ ਆਪਾਂ ਜਿਹੜਾ ਆਪਣਾ ਅੱਜ ਦਾ ਹੈਗਾ ਰਾਜੇ ਟੌਪਿਕ ਹੈਗਾ। ਇਹਦੇ ਵਿੱਚ ਆਪਾਂ ਬਾਕੀ ਸਾਰੀਆਂ ਸਲਾਈਡ ਅੱਗੇ ਇੰਗਲਿਸ਼ ਤੇ ਪੰਜਾਬੀ ਦੋਨੇ ਲੈਂਗੁਏਜ ਦੇ ਵਿੱਚ ਹੈ। ਫਿਲਹਾਲ ਬਸ ਇੱਕ ਸਲਾਈਡ ਜਿਹੜੀ ਪਹਿਲਾਂ ਵਾਲੀ ਹੈਗੀ ਹੈ ਜਸਟ ਤੁਹਾਨੂੰ ਮੈਂ ਦੱਸਣ ਵਾਸਤੇ। ਇਹਦੇ ਵਿੱਚ ਕੀ ਹੈ, ਜਿਵੇਂ ਮੰਨ ਲਓ ਆਪਾਂ ਕਹਿ ਦਿੰਦੇ ਹਾਂ ਵੀ ਮੌਸਮ ਬਦਲਦੇ ਰਹਿੰਦੇ ਰਾਜੇ, ਵਿੰਟਰ ਆਉਂਦਾ, ਸਮਰ ਆਉਂਦਾ, ਰੇਨੀ ਆਉਂਦਾ। ਤਾਂ ਬੇਸਿਕਲੀ ਜੇ ਆਪਾਂ ਮੌਸਮ ਦੇ ਬੇਸ 'ਤੇ ਆਪਾਂ ਡਿਵਾਈਡ ਕਰੀਏ ਕ੍ਰੌਪ ਨੂੰ, ਤਾਂ ਜਿਵੇਂ ਹਾੜੀ ਦੀਆਂ ਹੋ ਗਈਆਂ ਜਿਹਨੂੰ ਆਪਾਂ ਸਰਦ ਰੁੱਤ ਦੀਆਂ ਫਸਲਾਂ ਕਹਿ ਦਿੰਦੇ ਹਾਂ, ਸੌਣੀ ਦੀਆਂ ਹੋ ਗਈਆਂ ਜਿਹੜੀਆਂ ਕਿ ਬਰਸਾਤ ਰੁੱਤ ਦੇ ਵਿੱਚ ਜਾਂ ਬੇਸਿਕਲੀ ਗਰਮੀਆਂ ਦੇ ਵਿੱਚ ਹੁੰਦੀਆਂ ਨੇ, ਤੇ ਜ਼ੈਦ, ਠੀਕ ਹੈ। ਤਾਂ ਇਹ ਸਾਰਿਆਂ ਦੇ ਕਿਹੜੇ ਕਿਹੜੇ ਮੰਥ ਦੇ ਵਿੱਚ ਆਉਂਦੀਆਂ ਨੇ ਤੇ ਕਿਹੜੀਆਂ ਕਿਹੜੀਆਂ ਫਸਲਾਂ ਆਉਂਦੀਆਂ ਨੇ, ਇਹ ਐਗਜ਼ਾਮ ਆਫ ਪੁਆਇੰਟ ਵਿਊ ਤੋਂ ਬਹੁਤ ਹੀ ਮਹੱਤਵਪੂਰਨ ਬਣ ਜਾਂਦਾ। ਕਿਉਂਕਿ ਕਈ ਵਾਰੀ ਉਹ ਫਸਲ ਪੁੱਛ ਲੈਂਦਾ ਵੀ ਇਹ ਫਸਲ ਰੱਬੀ ਹੈ, ਖਰੀਫ ਹੈ, ਜਾਂ ਪੁੱਛ ਲੈਂਦਾ ਕਿਹੜੀ ਫਸਲ ਜ਼ੈਦ ਦੇ ਅੰਦਰ ਆਉਂਦੀ ਹੈ, ਜਾਂ ਕਿਹੜੀ ਮੰਥ ਦੇ ਵਿੱਚ ਕਿਹੜੀ ਫਸਲ ਉਗਾਈ ਜਾਂਦੀ ਹੈ। ਤਾਂ ਸਾਰਾ ਕੁਝ ਆਪਾਂ ਕਵਰ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ। ਤੇ ਇਹ ਵੀਡੀਓ ਦੇ ਵਿੱਚ ਆਪਾਂ ਜਸਟ ਆਪਾਂ ਇੱਕ ਫਸਲਾਂ ਕਵਰ ਕਰਾਂਗੇ ਕਿਉਂਕਿ ਕਾਫੀ ਸਾਰੀਆਂ ਫਸਲਾਂ ਨੇ। ਫਿਰ ਨੈਕਸਟ ਇਹਦਾ ਦੂਜਾ ਪਾਰਟ ਆਊਗਾ। ਰਾਈਟ ਹੈ। ਚਲੋ ਸਟਾਰਟ ਕਰਦੇ ਹਾਂ ਆਪਾਂ। ਹੁਣ ਕੁਐਸਚਨ ਕੀ ਪੁੱਛਦਾ ਹੈ ਆਪਾਂ ਨੂੰ ਐਗਜ਼ਾਮ ਦੇ ਵਿੱਚ? ਕੁਐਸਚਨ ਇੱਦਾਂ ਪੁੱਛ ਲਿਆ ਜਾਂਦਾ, ਕਹਿੰਦਾ ਦਾ 3 ਮੇਜਰ ਕ੍ਰੌਪਿੰਗ ਸੀਜ਼ਨਸ ਆਫ ਇੰਡੀਆ। ਤਾਂ ਇੰਡੀਆ ਦੇ ਵਿੱਚ ਰਾਜੇ 3 ਸੀਜ਼ਨ ਹੁੰਦੇ ਆ, ਕਿਹੜੇ ਕਿਹੜੇ? ਇੱਕ ਤਾਂ ਰੱਬੀ ਦਾ, ਇੱਕ ਖਰੀਫ ਦਾ, ਇੱਕ ਜ਼ੈਦ ਦਾ।
ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਹਾੜੀ, ਸੋਹਣੀ ਤੇ ਜ਼ੈਦ। ਠੀਕ ਹੈ, ਤਾਂ ਪੰਜਾਬੀ ਦੇ ਵਿੱਚ ਵੀ ਕੁਐਸਚਨ ਹੋਊਗਾ ਉੱਥੇ ਤੇ ਇੰਗਲਿਸ਼ ਦੇ ਵਿੱਚ ਵੀ ਹੋਊਗਾ। ਤੇ ਇੰਗਲਿਸ਼ ਦੇ ਵਿੱਚ ਆਪਾਂ ਕਨਫਿਊਜ਼ ਹੋ ਜਾਂਦੇ ਆ ਵੀ ਰੱਬੀ ਕਿਹਨੂੰ ਕਹਿੰਦੇ ਆ ਤੇ ਖਰੀਫ ਕਿਹਨੂੰ ਕਹਿੰਦੇ ਆ, ਉਹ ਆਪਾਂ ਸਾਰਾ ਕੁਝ ਕਲੀਅਰ ਕਰਾਂਗੇ ਨੈਕਸਟ ਸਲਾਈਡਾਂ ਦੇ ਵਿੱਚ। ਠੀਕ ਹੈ ਜੀ। ਅੱਛਾ, ਸਭ ਤੋਂ ਮਹੱਤਵਪੂਰਨ ਕੁਐਸਚਨ, ਮੋਸਟ ਇੰਪੋਰਟੈਂਟ ਕੁਐਸਚਨ ਜਿਹੜਾ ਕਿ ਵਾਰ-ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਔਰ ਪੁੱਛਿਆ ਵੀ ਜਾਊਗਾ ਮੈਨੂੰ ਜਿੱਥੇ ਤੱਕ ਉਮੀਦ ਹੈ। ਜਿਹੜੇ ਵਰਡ ਹੈਗੇ ਰਾਜੇ, ਖਰੀਫ ਹੋ ਗਿਆ, ਰੱਬੀ ਹੋ ਗਿਆ ਤੇ ਜ਼ੈਦ ਹੋ ਗਿਆ, ਜਿਹੜੇ ਆਪਾਂ ਸੀਜ਼ਨਸ ਵਾਸਤੇ ਵਰਤਦੇ ਆ, ਕ੍ਰੌਪ ਸੀਜ਼ਨ ਵਾਸਤੇ, ਕਹਿੰਦਾ ਇਹ ਵਰਡ ਕਿੱਥੋਂ ਲਏ ਗਏ ਆ? ਉਰਦੂ ਭਾਸ਼ਾ ਤੋਂ ਲਏ ਗਏ ਆ, ਫ੍ਰੈਂਚ ਤੋਂ ਲਏ ਗਏ ਆ, ਪਰਸ਼ੀਅਨ ਤੋਂ ਲਏ ਗਏ ਜਾਂ ਅਰਬਿਕ ਤੋਂ ਲਏ ਗਏ ਆ। ਤਾਂ ਇਹਦਾ ਰਾਈਟ ਆਨਸਰ ਹੈਗਾ ਰਾਜੇ ਅਰਬਿਕ ਭਾਸ਼ਾ ਤੋਂ ਲਏ ਗਏ ਆ ਸਾਰੇ ਵਰਡ ਖਰੀਫ, ਰੱਬੀ ਔਰ ਜ਼ੈਦ। ਠੀਕ ਹੈ ਜੀ। ਤਾਂ ਇਹ ਸਾਰੇ ਸੀਗੇ ਕੁਐਸਚਨ ਜਿਹੜੇ ਕਿ ਵਾਰ-ਵਾਰ ਰਿਪੀਟ ਹੁੰਦੇ ਆ। ਅੱਗੇ ਆਪਾਂ ਕਰਾਂਗੇ ਥਿਊਰੀ, ਤੇ ਥਿਊਰੀ ਤੋਂ ਬਾਅਦ ਫਿਰ ਆਪਾਂ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ ਉਹਦੇ MCQ ਵੀ ਕਵਰ ਕਰਾਂਗੇ। ਠੀਕ ਹੈ ਜੀ। ਚਲੋ ਸਟਾਰਟ ਕਰਦੇ ਹਾਂ। ਤੇ ਅੱਜ ਤੁਹਾਨੂੰ ਮੈਂ ਇੱਕ ਹੋਰ ਦੱਸ ਦਿੰਦਾ ਕਿ ਕਾਫੀ ਕੁਐਰੀਜ਼ ਆ ਰਹੀਆਂ ਸੀਗੀਆਂ ਮੈਨੂੰ, YouTube ਤੋਂ ਵੀ ਆਉਂਦੀਆਂ ਨੇ ਤੇ ਤੁਹਾਡੀਆਂ ਵੀ ਇੱਕ ਦੋ ਬੱਚਿਆਂ ਦੀਆਂ ਆਈਆਂ ਕਿ ਸਰ ਥਿਊਰੀ ਤੁਸੀਂ ਕਵਰ ਕਰਵਾ ਰਹੇ ਹੋ ਤੇ MCQ ਕਿਵੇਂ ਕਰਾਂਗੇ। ਤਾਂ ਰਾਜੇ ਜਿਹੜੇ ਇੰਪੋਰਟੈਂਟ MCQ ਆ ਵੈਸੇ ਤਾਂ ਮੈਂ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਫਿਰ ਵੀ ਮੈਂ ਥੋੜਾ ਜਿਹਾ ਟਾਈਮ ਕੱਢ ਕੇ, ਹਜੇ ਥੋੜਾ ਸ਼ਡਿਊਲ ਬਿਜ਼ੀ ਹੈ, ਮੈਂ ਇੱਕ ਟੈਸਟ ਸੀਰੀਜ਼ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ 200 ਮਤਲਬ ਕਿ ਬਹੁਤ ਇੰਪੋਰਟੈਂਟ ਵਾਲੇ ਕੁਐਸਚਨ ਤਿਆਰ ਕਰਕੇ ਦੇ ਦੇਵਾਂ। ਠੀਕ ਹੈ, ਤੇ ਜਦੋਂ ਤਿਆਰ ਹੋ ਗਏ ਤੁਹਾਨੂੰ ਮਿਲ ਜਾਣਗੇ। ਤਦ ਤੱਕ ਆਪਾਂ ਥਿਊਰੀ ਕਰਨੀ ਆ। ਦੇਖੋ ਥਿਊਰੀ ਪੜ੍ਹ ਲਈ ਤਾਂ ਕੋਈ ਵੀ MCQ ਜਿਵੇਂ ਮਰਜ਼ੀ ਘੁਮਾ ਫਿਰਾ ਕੇ ਆ ਜੇ, ਆਪਾਂ ਉਹਨੂੰ ਈਜ਼ੀਲੀ ਅਟੈਂਪਟ ਕਰ ਸਕਦੇ ਆ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਤੇ ਬੇਸਿਕ ਕੁਐਸਚਨ ਹੀ ਆਉਣਗੇ ਆਪਣੇ ਐਗਰੀਕਲਚਰ ਦੇ ਉੱਪਰ। ਠੀਕ ਹੈ, ਹੁਣ ਗੱਲ ਕਰਦੇ ਆਪਾਂ ਅੱਜ ਪੜ੍ਹਨਾ ਰਾਜੇ ਕਲਾਸੀਫਿਕੇਸ਼ਨਸ ਆਫ ਕ੍ਰੌਪਸ ਪੜ੍ਹਨਾ ਆਪਾਂ, ਜਾਂ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਫਸਲਾਂ ਦੀ ਵੰਡ। ਠੀਕ ਹੈ, ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਫਸਲ ਆ, ਫਸਲ ਦਾ ਕੀ ਮਤਲਬ ਹੁੰਦਾ। ਹੁਣ ਆਪਾਂ ਘਰਾਂ ਦੇ ਵਿੱਚ ਆਮ ਪੌਦੇ ਉਗਾ ਲੈਂਦੇ ਆ, ਹੈ ਨਾ, ਗਾਰਡਨਿੰਗ ਕਰ ਲੈਂਦੇ ਆ, ਉਹ ਫਸਲਾਂ ਦੇ ਅੰਡਰ ਨਹੀਂ ਆਉਂਦੇਗੇ। ਫਸਲਾਂ ਦੇ ਅੰਡਰ ਉਹ ਚੀਜ਼ ਆਉਂਦੀ ਹੈ ਜਿਹੜੀ ਕਿ ਆਪਾਂ ਕਿਸੇ ਕਮਰਸ਼ੀਅਲ ਟ੍ਰੇਡ ਵਾਸਤੇ ਜਾਂ ਇਕਨੋਮਿਕ ਟ੍ਰੇਡ ਵਾਸਤੇ ਜਾਂ ਇਕਨੋਮਿਕ ਵਾਸਤੇ ਆਪਾਂ ਕੋਈ ਚੀਜ਼ ਉਗਾਉਣੇ ਆ, ਜਿਹਨੂੰ ਵੇਚ ਕੇ ਆਪਾਂ ਨੂੰ ਕੋਈ ਮੁੱਲ ਮਿਲਦਾ, ਕੋਈ ਪੈਸਾ ਮਤਲਬ ਕਿ ਆਪਾਂ ਨੂੰ ਬਣਦਾ ਉਸ ਚੀਜ਼ ਤੋਂ। ਉਹ ਸਾਰੀਆਂ ਜਿਹੜੀਆਂ ਫਸਲਾਂ ਹੁੰਦੀਆਂ ਉਹ ਆ ਜਾਂਦੀਆਂ ਨੇ ਫਸਲ ਦੇ ਅੰਡਰ। ਉਹ ਸਾਰੇ ਪੌਦੇ ਜਾਂ ਸਾਰੀ ਕਲਟੀਵੇਸ਼ਨਸ, ਉਹ ਸਾਰਾ ਕੁਝ ਕਿਹਦੇ ਅੰਡਰ ਆ ਜਾਂਦਾ? ਫਸਲਾਂ ਦੇ ਅੰਡਰ ਆ ਜਾਂਦਾ। ਤਾਂ ਇਹਨੂੰ ਪੜ੍ਹ ਲਿਓ, ਪੁੱਛਿਆ ਤਾਂ ਨਹੀਂ ਜਾਊਗਾ, ਪਰ ਆਪਾਂ ਬੇਸ ਬਣਾਉਣ ਵਾਸਤੇ ਆਪਾਂ ਨੂੰ ਸਮਝਣਾ ਪਊਗਾ ਕਿ ਫਸਲ ਹੁੰਦੀ ਕੀ ਐਕਚੁਅਲ ਦੇ ਵਿੱਚ, ਕਿਉਂਕਿ ਆਪਾਂ ਫਸਲਾਂ ਦੀ ਵੰਡ ਬਾਰੇ ਪੜ੍ਹ ਰਹੇ ਹਾਂ। ਤਾਂ ਵੰਡ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਫਸਲਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ ਕਿ ਕ੍ਰੌਪ ਦਾ ਮਤਲਬ ਕੀ ਐਕਚੁਅਲ ਦੇ ਵਿੱਚ। ਮੈਂ ਪੰਜਾਬੀ ਦੇ ਵਿੱਚ ਪੜ੍ਹ ਦਿੰਦਾ ਰਾਜੇ, ਇੰਗਲਿਸ਼ ਦੇ ਵਿੱਚ ਤੁਸੀਂ ਪੜ੍ਹ ਲਿਓ, ਕਿਉਂਕਿ ਜਿਹੜੀ ਜ਼ਿਆਦਾ ਮੇਰੇ ਕੋਲ ਯੂਨਿਟੀ ਆਈ ਹੈ, ਮੈਸੇਜ ਵਗੈਰਾ ਆਏ ਆ, ਉਹ ਪੰਜਾਬੀ ਦੇ ਹੀ ਆਏ ਸੀਗੇ। ਤੇ ਵੈਸੇ ਵੀ ਬਹੁਤ ਈਜ਼ੀ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਹੈ, ਸਾਰੀਆਂ 10ਵੀਂ 9ਵੀਂ 10ਵੀਂ ਦੇ ਬੁੱਕਸ ਦੀ ਲੈਂਗੁਏਜ ਹੈ ਰਾਜੇ, ਕੋਈ ਜ਼ਿਆਦਾ ਹਾਰਡ ਲੈਂਗੁਏਜ ਨਹੀਂ ਹੈਗੀ। ਕੀ ਕਹਿੰਦਾ ਆਰਥਿਕ ਜਾਂ ਵਪਾਰਿਕ ਮਹੱਤਵ ਵਾਲੇ ਪੌਦਿਆਂ ਦੇ ਸਮੂਹ ਨੂੰ ਜਦੋਂ ਕਿਸੇ ਖਾਸ ਮੰਤਵ ਲਈ ਉਗਾਇਆ ਜਾਂਦਾ ਹੈ ਤਾਂ ਉਸਨੂੰ ਫਸਲ ਦਾ ਨਾਮ ਦਿੱਤਾ ਜਾਂਦਾ ਹੈ। ਰਾਈਟ ਹੈ। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਹੁਣੀ ਕਿ ਮੰਨ ਲਓ ਆਪਾਂ ਕਿਸੇ ਇਕਨੋਮਿਕ ਪਰਪਸ ਵਾਸਤੇ, ਕਮਰਸ਼ੀਅਲ ਵੈਲਿਊ ਵਾਸਤੇ ਜਿਹੜੀ ਵੀ ਚੀਜ਼ ਗਰੋਨ ਕਰਾਂਗੇ, ਉਹ ਕਿਹੜੀ ਅੰਡਰ ਆ ਜਾਊਗੀ ਰਾਜੇ? ਉਹ ਆ ਜਾਊਗੀ ਕ੍ਰੌਪ ਦੇ ਅੰਡਰ। ਹੁਣ ਜਿਵੇਂ ਕੀ ਹੁੰਦਾ, ਆਪਾਂ ਵੀਟ ਲਗਾਉਣੇ ਆ, ਕਣਕ ਲਗਾਉਣੇ ਆ, ਕਣਕ ਦੇ ਪੌਦੇ ਨੂੰ ਆਪਾਂ ਖੇਤ ਦੇ ਵਿੱਚ ਕਾਹਦੇ ਵਾਸਤੇ ਲਗਾਉਣੇ ਆ? ਕਿ ਆਪਾਂ ਨੂੰ ਦਾਣੇ ਮਿਲਣ, ਖਾਣ ਵਾਸਤੇ, ਆਪਾਂ ਨੂੰ ਆਟਾ ਮਿਲੇ। ਰਾਈਟ ਹੈ। ਤਾਂ ਉਹ ਜਿਹੜੀ ਕਣਕ ਹੁੰਦੀ ਆ ਉਹ ਬੇਸਿਕਲੀ ਕੀ ਬਣ ਜੂਗੀ? ਇੱਕ ਫਸਲ ਖਵਾਊਗੀ। ਠੀਕ ਹੈ, ਤਾਂ ਮੈਨੂੰ ਲੱਗਦਾ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਰਾਜੇ ਫਸਲ ਹੁੰਦੀ ਕੀ ਹੈ। ਇਸ ਤੋਂ ਬਾਅਦ ਜਿਹੜੀ ਫਸਲ ਦੀ ਵੰਡ ਹੁੰਦੀ ਆ, ਜਿਹੜੀ ਆਪਾਂ ਕਲਾਸੀਫਿਕੇਸ਼ਨ ਕਰਦੇ ਆ ਰਾਜੇ, ਉਹ ਡਿਫਰੈਂਟ ਚੀਜ਼ਾਂ ਤੇ ਕਰ ਸਕਦੇ ਆ। ਜਿਹੜੀ ਆਪਾਂ ਪੜ੍ਹਨੀ ਆ ਐਗਜ਼ਾਮ ਵਾਸਤੇ ਰਾਜੇ, ਆਪਾਂ ਸੀਜ਼ਨ ਦੇ ਬੇਸ ਤੇ ਕਰਨੀ ਆ, ਮੌਸਮ ਦੇ ਬੇਸ ਤੇ, ਕਿ ਸਮਰ ਵਾਲੀਆਂ ਕਿਹੜੀਆਂ ਨੇ, ਵਿੰਟਰ ਵਾਲੀਆਂ ਕਿਹੜੀਆਂ ਨੇ ਤੇ ਰੇਨੀ ਸੀਜ਼ਨ ਵਾਲੀਆਂ ਕਿਹੜੀਆਂ ਨੇ। ਰਾਈਟ ਹੈ, ਇਹ ਸਾਰੀਆਂ ਆਪਾਂ ਪੜ੍ਹਨੀਆਂ ਨੇ। ਠੀਕ ਹੈ, ਤੇ ਆਪਾਂ ਨੈਕਸਟ ਦੇਖਦੇ ਹਾਂ ਵੀ ਕਿਹੜੀਆਂ ਫਸਲਾਂ ਕਿਹੜੇ ਅੰਡਰ ਆਉਂਦੀਆਂ ਨੇ। ਤੇ ਆਹ ਸਲਾਈਡ ਕਾਫੀ ਇੰਪੋਰਟੈਂਟ ਰਹੂਗੀ ਤੁਹਾਡੇ ਵਾਸਤੇ ਰਾਜੇ। ਆਪਾਂ ਰੁੱਤ ਦੇ ਅਨੁਸਾਰ ਵੈਸੇ ਤਾਂ 2 ਭਾਗਾਂ ਦੇ ਵਿੱਚ ਵੰਡੀਆਂ ਗਈਆਂ ਫਸਲਾਂ, ਪਰ ਤੀਜੀ ਵੀ ਤੁਹਾਨੂੰ ਮੈਂ ਦੱਸਤੀ ਜ਼ੈਦ ਵਾਲੀ। ਠੀਕ ਹੈ, ਤਾਂ ਜਿਹੜੀਆਂ ਐਗਜ਼ਾਮ ਪੁਆਇੰਟ ਆਫ ਵਿਊ ਦੇ ਵਿੱਚ ਤੁਸੀਂ ਸਿਲੇਬਸ ਚੱਕ ਕੇ ਦੇਖਿਓ, ਉਹਦੇ ਵਿੱਚ ਵੀ ਤੁਹਾਨੂੰ 2 ਹੀ ਦਿੱਤੀਆਂ ਹੋਈਆਂ, ਖਰੀਫ ਤੇ ਰੱਬੀ। ਤੇ ਨੈਕਸਟ ਫਰਦਰ ਇਹਨਾਂ ਦੇ ਕੀ ਪੁੱਛੇ ਗਈਆਂ, ਵੈਰਾਈਟੀਜ਼ ਵਗੈਰਾ ਪੁੱਛੀਆਂ ਗਈਆਂ। ਆਪਾਂ ਇੱਥੇ ਫਿਰ ਵੀ ਬਹੁਤ ਡਿਟੇਲ ਦੇ ਵਿੱਚ ਜਾਣ ਦੀ ਮੈਂ ਕੋਸ਼ਿਸ਼ ਕੀਤੀ ਹੈ, ਇੰਨਾ ਡਿਟੇਲ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ, ਲੇਕਿਨ ਪਰ ਫਿਰ ਵੀ ਮੈਂ ਉਸ ਲੈਵਲ ਤੱਕ ਸੋਚਿਆ ਕਿ ਵੀ ਤੁਹਾਨੂੰ ਤੁਹਾਡਾ 0.001% ਵੀ ਕੋਈ ਚੀਜ਼ ਮਿਸ ਨਾ ਹੋਵੇ। ਤਾਂ ਤੁਹਾਨੂੰ ਮੈਂ ਨਾਲ ਦੱਸੀ ਵੀ ਜਾਊਂਗਾ ਕਿ ਕਿਹੜੀ ਚੀਜ਼ ਜ਼ਿਆਦਾ ਇੰਪੋਰਟੈਂਟ ਹੈ, ਕਿਹੜੀ ਘੱਟ ਇੰਪੋਰਟੈਂਟ ਹੈ। ਠੀਕ ਹੈ, ਬਾਕੀ ਦੇਖੋ ਇਹ ਜਿਹੜੀਆਂ ਵੀਡੀਓਜ਼ ਹੈਗੀਆਂ 20 ਤੋਂ 25 ਮਿੰਟ ਦੀਆਂ ਹੈਗੀਆਂ, ਤਾਂ 20-25 ਮਿੰਟ ਕੱਢਣੇ ਬਹੁਤ ਕੋਈ ਔਖੀ ਗੱਲ ਨਹੀਂ ਹੈਗੀ। ਤੁਸੀਂ ਇਹਨੂੰ ਰਿਪੀਟ ਕਰਦੇ ਰਹਿਣਾ ਤਾਂ ਤੁਹਾਨੂੰ ਈਜ਼ੀਲੀ ਕੀ ਆ ਜਾਊਗਾ, ਸਮਝ ਆ ਜਾਊਗਾ।
ਹੁਣ ਗੱਲ ਕਰਦੇ ਹਾਂ ਰਾਜੇ ਸੀਜ਼ਨ ਦੇ ਬੇਸ ਤੇ ਆਪਣੇ ਕੋਲੇ ਦੋ ਫਸਲਾਂ ਹੈਗੀਆਂ ਖਰੀਫ ਤੇ ਰੱਬੀ। ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਕੁਐਸਚਨ ਪੁੱਛਿਆ ਜਾਂਦਾ ਰਾਜੇ, ਹੁਣ ਆਪਾਂ ਸਾਉਣੀ ਦੀ ਫਸਲ ਦੀ ਗੱਲ ਕਰਦੇ ਹਾਂ ਵੀ ਕਹਿੰਦਾ ਕਦੋਂ ਉਗਾਈ ਜਾਂਦੀ ਆ। ਇਹ ਯਾਦ ਰੱਖਣਾ ਤੁਸੀਂ ਬਸ, ਜੂਨ ਜੁਲਾਈ ਜਾਂ ਮਾਨਸੂਨ ਆਉਣ ਤੇ ਬੀਜੀਆਂ ਜਾਂਦੀਆਂ। ਤਾਂ ਇਹੀ ਪੁੱਛਿਆ ਜਾਊਗਾ ਕਿ ਜੂਨ ਜੁਲਾਈ ਦੇ ਵਿੱਚ ਕਿਹੜੀ ਫਸਲ ਆਉਂਦੀ ਹੈ, ਖਰੀਫ ਆਉਂਦੀ ਹੈ, ਰੱਬੀ ਆਉਂਦੀ ਹੈ। ਠੀਕ ਹੈ, ਤਾਂ ਇਹਨਾਂ ਦਾ ਮੰਥ ਬਹੁਤ ਇੰਪੋਰਟੈਂਟ ਰਹੂਗਾ। ਠੀਕ ਹੈ, ਇਸ ਤੋਂ ਇਲਾਵਾ ਹੁਣ ਬੀਜਣ ਦੀ ਵੀ ਪੁੱਛ ਲੈਂਦਾ ਰਾਜੇ, ਤੇ ਉਹਦੀ ਹਾਰਵੈਸਟਿੰਗ ਦੀ ਵੀ ਪੁੱਛ ਲੈਂਦਾ ਵੀ ਕਦੋਂ ਹਾਰਵੈਸਟਡ ਕੀਤੀਆਂ ਜਾਂਦੀਆਂ, ਮਤਲਬ ਕੱਟੀਆਂ ਵਗੈਰਾ ਕਦੋਂ ਜਾਂਦੀਆਂ, ਬੀਜੀਆਂ ਕਦੋਂ ਜਾਂਦੀਆਂ। ਤਾਂ ਜੇ ਜੂਨ ਜੁਲਾਈ ਦੇ ਵਿੱਚ ਬੇਸਿਕਲੀ 6 ਮੰਥ ਦਾ ਹੁੰਦਾ ਰਾਜੇ ਸੀਜ਼ਨ, ਤਾਂ ਬਸ ਉੱਥੋਂ ਇੱਕ ਆਈਡੀਆ ਲਾ ਲਿਓ। ਦੇਖੋ ਜੂਨ ਜੁਲਾਈ ਤੋਂ ਬਾਅਦ ਤੁਸੀਂ ਗਿਣ ਲਓ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਮਤਲਬ ਕਿ 4-5 ਮਹੀਨੇ ਦਾ ਗੈਪ ਪਾ ਕੇ ਤੁਸੀਂ ਕੀ ਕਰ ਸਕਦੇ ਆ, ਫਸਲ ਨੂੰ ਕੱਟ ਸਕਦੇ ਆ। ਤਾਂ ਜਿਹੜੇ ਤਾਂ ਪਿੰਡ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਤਾਂ ਬੇਸਿਕਲੀ ਇਹ ਚੀਜ਼ ਸਮਝਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ। ਤੇ ਕਈ ਮਤਲਬ ਕਿ ਆਪਣੇ ਸ਼ਹਿਰ ਤੋਂ ਬਿਲੋਂਗ ਕਰਦੇ ਆ ਜਿਹੜੇ ਕਿ ਇਸ ਚੀਜ਼ ਦੇ ਵਿੱਚ ਨਹੀਂ ਪਏ ਹੁੰਦੇ, ਉਹਨਾਂ ਵਾਸਤੇ ਰਾਜੇ ਮੈਂ ਚੀਜ਼ ਥੋੜੀ ਡਿਟੇਲ 'ਚ ਦੱਸ ਰਿਹਾ ਵੀ ਜੂਨ ਜੁਲਾਈ ਦੇ ਵਿੱਚ ਕੀ ਕੀਤੀਆਂ ਜਾਣਗੀਆਂ, ਬੀਜੀਆਂ ਜਾਣਗੀਆਂ, ਤੇ ਅਕਤੂਬਰ ਨਵੰਬਰ ਦੇ ਵਿੱਚ ਕੱਟੀਆਂ ਜਾਣਗੀਆਂ। ਤਾਂ ਸਭ ਤੋਂ ਇੰਪੋਰਟੈਂਟ ਪੁਆਇੰਟ ਇਹੀ ਹੈ। ਇਸ ਤੋਂ ਬਾਅਦ ਅਗਲਾ ਜਿਹੜਾ ਮੋਸਟ ਇੰਪੋਰਟੈਂਟ ਪੁਆਇੰਟ ਬਣਦਾ ਵੀ ਇਸ ਦੇ ਅੰਡਰ ਕਿਹੜੀਆਂ ਕਿਹੜੀਆਂ ਫਸਲਾਂ ਆਉਂਦੀਆਂ। ਪਹਿਲਾਂ ਤਾਂ ਮੇਨ ਫਸਲ, ਸਭ ਤੋਂ ਮੇਨ ਪ੍ਰਾਇਮਰੀ ਜਿਹੜੀ ਫਸਲ ਆਉਂਦੀ ਹੈ ਇਹਦੇ ਅੰਡਰ ਆਉਂਦੀ ਹੈ ਰਾਜੇ ਝੋਨਾ, ਜਿਹਨੂੰ ਪੰਜਾਬੀ ਦੇ ਵਿੱਚ ਝੋਨਾ ਕਹਿ ਦਿੰਦੇ ਆ, ਇੰਗਲਿਸ਼ ਦੇ ਵਿੱਚ ਕੀ ਕਹਿ ਦਿੰਦੇ ਆ, ਰਾਈਸ। ਤਾਂ ਰਾਈਸ ਬਾਰੇ ਪੁੱਛ ਲਿਆ ਜਾਂਦਾ ਹੈ। ਠੀਕ ਹੈ, ਕਿਉਂਕਿ ਸਾਉਣੀ ਦੀ ਫਸਲ ਦੇ ਵਿੱਚ ਮੇਨ ਜਿਹੜੀ ਕ੍ਰੌਪ ਹੈਗੀ ਹੈ ਰਾਜੇ ਉਹ ਹੈਗੀ ਹੈ ਰਾਈਸ। ਰਾਈਸ ਤੋਂ ਬਾਅਦ ਰਾਜੇ ਇਹਦੀ ਜਿਹੜੀ ਨੈਕਸਟ ਜਿਹੜੀ ਇਹਦੀ ਵੈਰਾਈਟੀ ਹੈਗੀ ਆ ਬਾਸਮਤੀ ਹੈ, ਮੱਕੀ ਆ ਜਾਂਦੀ ਹੈ ਆਪਣੀ, ਜਵਾਰ ਆ ਜਾਂਦੀ ਹੈ, ਬਾਜਰਾ ਆ ਜਾਂਦਾ ਹੈ, ਸ਼ੂਗਰ ਕੇਨ ਆ ਜਾਂਦਾ ਜਿਹਨੂੰ, ਠੀਕ ਹੈ, ਆਪਾਂ ਗੰਨਾ ਕਹਿ ਦਿੰਦੇ ਆ, ਕਾਟਨ ਆ ਜਾਂਦੀ ਹੈ, ਕਪਾਹ। ਠੀਕ ਹੈ, ਫਿਰ ਕੀ ਆ, ਪਲਸਿਸ ਵਗੈਰਾ ਆ ਜਾਂਦੀਆਂ ਆਪਣੀਆਂ, ਮੂੰਗੀ ਹੋ ਗਈ, ਮਾਹ ਹੋ ਗਈ, ਮੂੰਗਫਲੀ ਹੋ ਗਈ, ਹੈ ਨਾ, ਸੋਇਆਬੀਨ ਹੋ ਗਿਆ। ਤਾਂ ਇਹ ਸਾਰੇ ਆਪਾਂ ਪੜ੍ਹਨੇ ਨੇ ਇਕੱਲੇ ਇਕੱਲੇ, ਕਿਉਂਕਿ ਐਗਜ਼ਾਮ ਦੇ ਵਿੱਚ ਕਿਸੇ ਵੀ ਫਸਲ ਬਾਰੇ ਪੁੱਛ ਸਕਦਾ ਹੈ। ਇਹ ਪੁੱਛ ਸਕਦਾ ਵੀ ਮੱਕੀ ਦੀ ਵੈਰਾਈਟੀ ਕਿਹੜੀ ਹੈ, ਇਹ ਪੁੱਛ ਸਕਦਾ ਕਿ ਸ਼ੂਗਰ ਕੇਨ ਦੀ ਵੈਰਾਈਟੀ ਕਿਹੜੀ ਹੈ, ਜਾਂ ਸ਼ੂਗਰ ਕੇਨ ਕਿਹੜੇ ਇਲਾਕੇ ਦੇ ਵਿੱਚ ਸਭ ਤੋਂ ਵੱਧ ਹੁੰਦਾ ਹੈ। ਠੀਕ ਹੈ, ਤਾਂ ਇੰਡੀਆ ਲੈਵਲ ਦਾ ਵੀ ਪੁੱਛ ਸਕਦਾ ਹੈ, ਇੰਟਰਨੈਸ਼ਨਲ ਲੈਵਲ ਦਾ ਵੀ ਪੁੱਛ ਸਕਦਾ, ਕਿਤੋਂ ਵੀ ਪੁੱਛ ਸਕਦਾ। ਤਾਂ ਆਪਾਂ ਸਾਰਾ ਕੁਝ ਤਿਆਰ ਕਰਨਾ ਹੈ। ਰਾਈਟ ਹੈ, ਤਾਂ ਸਾਉਣੀ ਦੀ ਫਸਲ ਬਾਰੇ ਆਪਾਂ ਪੜਾਂਗੇ ਅੱਜ ਸਾਰਾ ਇਸ ਦੇ ਵਿੱਚ ਡਿਟੇਲ ਦੇ ਵਿੱਚ। ਤੇ ਅਗਲੀ ਜਿਹੜੀ ਵੀਡੀਓ ਆਊਗੀ ਰਾਜੇ ਉਹ ਆਊਗੀ ਆਪਣੀ ਰੱਬੀ ਸੀਜ਼ਨ ਦੇ ਉੱਪਰ। ਤੇ ਆਪਾਂ ਇੱਕ ਵਾਰੀ ਛੋਟੀ ਜੀ ਨਿਗਾਹ ਮਾਰ ਲੈਂਦੇ ਆ ਵੀ ਜਿਹੜੀ ਹਾੜੀ ਦੀਆਂ ਫਸਲਾਂ ਹੁੰਦੀਆਂ ਜਿਹਨੂੰ ਰੱਬੀ ਕ੍ਰੌਪ ਕਹਿ ਦਿੰਦੇ, ਇਹਦੇ ਵਿੱਚ ਸਭ ਤੋਂ ਮੇਨ ਫਸਲ ਹੁੰਦੀ ਹੈ ਆਪਣੀ ਕਣਕ, ਜਿਹੜੀ ਕਿ ਅਕਤੂਬਰ ਨਵੰਬਰ ਦੇ ਵਿੱਚ ਬੀਜੀ ਜਾਂਦੀ ਹੈ ਤੇ ਅਪ੍ਰੈਲ ਦੇ ਵਿੱਚ ਕੱਟੀ ਜਾਂਦੀ ਹੈ। ਤਾਂ ਹੀ ਆਪਾਂ 13 ਅਪ੍ਰੈਲ ਨੂੰ ਕੀ ਮਨਾਉਣੇ ਆ, ਆਪਾਂ ਮਨਾਉਣੇ ਆ ਨਾ ਆਪਣੀ ਵਿਸਾਖੀ। ਠੀਕ ਹੈ, ਵਿਸਾਖੀ ਤਾਂ ਹੀ ਮਨਾਉਣੇ ਆ। ਉਦੋਂ ਕੀ ਹੁੰਦਾ ਵੀ ਜੱਟ ਲੋਕ ਜਿਹੜੇ ਬੰਦੇ ਹੈਗੇ ਆਪਾਂ ਹੈਗੇ ਆ, ਠੀਕ ਹੈ, ਪਿੰਡਾਂ ਨੂੰ ਬਿਲੋਂਗ ਕਰਦੇ ਆ, ਆਪਾਂ ਕੀ ਕਰਦੇ ਆ, ਫਸਲਾਂ ਵਗੈਰਾ ਕੱਟ ਕੇ ਵਿਹਲੇ ਹੋ ਕੇ ਆਪਾਂ, ਉਦੋਂ ਕੀ ਹੁੰਦਾ ਸੀਗਾ, ਉਦੋਂ ਕੀ ਆਪਣੇ ਐਂਟਰਟੇਨਮੈਂਟ ਦੇ ਸਾਧਨ ਨਹੀਂ ਹੁੰਦੇ ਸੀਗੇ, ਕੋਈ ਨਾ ਕੋਈ ਟੀਵੀ ਹੁੰਦਾ ਸੀ, ਨਾ ਕੋਈ ਆਹ ਆਡੀਓ ਸੁਣਨ ਵਾਸਤੇ ਹੁੰਦਾ ਸੀ। ਉਦੋਂ ਲੋਕ ਐਂਟਰਟੇਨਮੈਂਟ ਕਿਵੇਂ ਕਰਦੇ ਸੀਗੇ, ਮੇਲੇ ਵਗੈਰਾ ਲੱਗਦੇ ਸੀਗੇ। ਤਾਂ ਮੰਨ ਲਓ ਫਸਲ ਤੋਂ ਵਿਹਲੇ ਹੋ ਗਏ, ਸਾਰਾ ਸਾਲ ਕੰਮ ਕਰੀ ਗਏ, ਵਿਹਲੇ ਹੋ ਕੇ ਦੇਖੋ ਉਹਨਾਂ ਨੇ ਵੀ ਆਪਣਾ ਮੂਡ ਚੇਂਜ ਕਰਨਾ ਹੁੰਦਾ ਸੀਗਾ, ਤਾਂ ਮੇਲਿਆਂ ਦੇ ਉੱਪਰ ਜਾਂਦੇ ਸੀਗੇ। ਤਾਂ ਗਾਣਾ ਬਣਿਆ ਹੋਇਆ ਕਿ ਤੂੜੀ ਤੰਦ ਵੱਟ ਵੇਚ ਕੇ, ਹਨਾ, ਤੇ ਜੱਟ ਮੇਲੇ ਆ ਗਿਆ। ਠੀਕ ਹੈ, ਮਤਲਬ ਕਿ ਸਾਰਾ ਕੁਝ ਕੰਮ ਖਤਮ ਕਰਕੇ ਤਾਂ ਅਪ੍ਰੈਲ ਦੇ ਮੰਥ ਦੇ ਵਿੱਚ ਮੇਲਾ ਲੱਗਦਾ ਸੀ ਵਿਸਾਖੀ ਦਾ, ਉੱਥੇ ਜਾਂਦੇ ਸੀ ਸਾਰੇ। ਤਾਂ ਉੱਥੋਂ ਇੱਕ ਛੋਟੀ ਜਿਹੀ ਟ੍ਰਿਕ ਦਿਮਾਗ ਦੇ ਵਿੱਚ ਬਿਠਾ ਲਿਓ, ਜਿਹੜੀਆਂ ਹਾੜੀ ਦੀਆਂ ਫਸਲਾਂ ਹੈਗੀਆਂ ਰਾਜੇ ਅਪ੍ਰੈਲ ਦੇ ਵਿੱਚ ਕੱਟੀਆਂ ਜਾਂਦੀਆਂ, ਤਾਂ ਉੱਥੋਂ ਬੈਕ ਚਲੇ ਜਾਇਓ 3-4 ਮੰਥ, ਤਾਂ ਤੁਹਾਨੂੰ ਆ ਜਾਓਗੇ ਤੁਸੀਂ ਅਕਤੂਬਰ ਨਵੰਬਰ ਤੇ। ਤਾਂ ਅਕਤੂਬਰ ਨਵੰਬਰ ਦੇ ਵਿੱਚ ਕੀ ਕੀਤੀਆਂ ਜਾਂਦੀਆਂ, ਬੀਜੀਆਂ ਜਾਂਦੀਆਂ, ਤੇ ਮਾਰਚ ਅਪ੍ਰੈਲ ਦੇ ਵਿੱਚ ਕੱਟੀਆਂ ਜਾਂਦੀਆਂ। ਕਿਵੇਂ, ਇਹਦੇ ਵਿੱਚ ਜਿਹੜੀ ਮੇਨ ਪ੍ਰਾਇਮਰੀ ਹੈਗੀ ਆ ਕਣਕ ਹੈਗੀ ਆ, ਜੌਂ ਹੋ ਗਿਆ, ਬਰਸੀਨ ਹੋ ਗਿਆ, ਜਿਹੜੇ ਆਪਾਂ ਪਸ਼ੂਆਂ ਨੂੰ ਚਾਰਾ ਵਗੈਰਾ ਪਾਉਣੇ ਆ। ਠੀਕ ਹੈ, ਛੋਲੇ ਹੋ ਗਏ, ਮਸਰ ਹੋ ਗਏ। ਠੀਕ ਹੈ, ਤਾਂ ਸਾਰੀਆਂ ਜਿਵੇਂ ਸੂਰਜਮੁਖੀ ਹੋ ਗਈਆਂ, ਜਿਹਨੂੰ ਆਪਾਂ ਸਨਫਲਾਵਰ ਕਹਿ ਦਿੰਦੇ ਇੰਗਲਿਸ਼ ਦੇ ਵਿੱਚ। ਤਾਂ ਸਾਰਾ ਕੁਝ ਕੀ ਆ ਜਾਊਗਾ ਰਾਜੇ ਹਾੜੀ ਦੀਆਂ ਫਸਲਾਂ ਦੇ ਵਿੱਚ ਆ ਜਾਊਗਾ, ਜਿਹੜੀ ਕਿ ਆਪਾਂ ਨੈਕਸਟ ਵੀਡੀਓ ਆਊਗੀ ਉਹਦੇ ਵਿੱਚ ਕੱਲੀ ਕੱਲੀ ਚੀਜ਼ ਡਿਟੇਲ 'ਚ ਪੜਾਂਗੇ। ਰਾਈਟ ਹੈ, ਤਾਂ ਇਸ ਸਲਾਈਡ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ, ਇਸ ਸਲਾਈਡ ਦੇ ਵਿੱਚੋਂ ਤਾਂ ਇੱਕ ਨਿਕਲ ਕੇ ਆਉਂਦਾ ਵੀ ਕਿਹੜੀਆਂ ਕਿਹੜੀਆਂ ਫਸਲਾਂ ਕਿਹੜੇ ਕਿਹੜੇ ਮੰਥ ਦੇ ਵਿੱਚ ਬੀਜੀਆਂ ਜਾਂਦੀਆਂ, ਕਿਹੜੇ ਕਿਹੜੇ ਮੰਥ ਦੇ ਵਿੱਚ ਕੱਟੀਆਂ ਜਾਂਦੀਆਂ, ਤੇ ਕਿਹੜੀਆਂ ਕਿਹੜੀਆਂ ਫਸਲਾਂ ਇਹਨਾਂ ਦੇ ਅੰਡਰ ਆਉਂਦੀਆਂ। ਰਾਈਟ ਹੈ, ਇਹ ਸਾਰਾ ਕੁਝ ਤੁਸੀਂ ਪੜ੍ਹਨਾ। ਸਭ ਤੋਂ ਇੰਪੋਰਟੈਂਟ ਸਲਾਈਡ ਇਹੀ ਹੈ ਤੁਹਾਡੀ ਵੀਡੀਓ ਦੀ। ਇੱਥੋਂ ਹੀ ਕੁਐਸਚਨ ਵਾਰ-ਵਾਰ ਪੁੱਛਿਆ ਜਾਊਗਾ। ਕੁਐਸਚਨ ਕਿਵੇਂ ਪੁੱਛੇ ਜਾਣਗੇ ਮੈਂ ਉਹ ਵੀ ਨਾਲ ਦੀ ਨਾਲ ਤੁਹਾਨੂੰ ਕਵਰ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਚਲੋ ਆਪਾਂ ਨੈਕਸਟ ਵੱਲ ਮੂਵ ਕਰਦੇ ਹਾਂ। ਕਹਿੰਦਾ ਦਾ ਰੱਬੀ ਕ੍ਰੌਪ ਆਰ ਸੋਨ ਇਨ ਵਿਚ ਮੰਥ, ਕਹਿੰਦਾ ਕਿਹੜੇ ਮੰਥ ਦੇ ਵਿੱਚ ਬੀਜੀ ਜਾਂਦੀ ਹੈ। ਤਾਂ ਰਾਜੇ ਧਿਆਨ ਦੇ ਨਾਲ, ਜੇ ਹਾਰਵੈਸਟਿੰਗ ਪੁੱਛੂਗਾ ਮਤਲਬ ਕਿ ਕੱਟੀ ਜਾਂਦੀ ਹੈ, ਜੇ ਸੋਨ ਪੁੱਛ ਰਿਹਾ ਤਾਂ ਮਤਲਬ ਕਿ ਬੀਜੀ ਜਾਂਦੀ ਹੈ। ਬਸ ਬੱਚੇ ਇੱਥੇ ਹੀ ਭੁਲੇਖਾ ਪਾ ਲੈਂਦੇ ਆ, ਕਿਉਂਕਿ ਦੋਨੇ ਹੀ ਕੀ ਆਪਸ਼ਨਾਂ ਪਈਆਂ ਹੁੰਦੀਆਂ, ਕੱਟਣ ਵਾਲੀ ਵੀ ਤੇ ਬੀਜਣ ਵਾਲੀ ਵੀ। ਤਾਂ ਰੱਬੀ ਦੀ ਗੱਲ ਕਰਦੇ ਆ ਰਾਜੇ, ਤਾਂ ਅਕਤੂਬਰ ਨਵੰਬਰ ਦੇ ਵਿੱਚ ਆ ਜਾਂਦੀ ਹੈ ਆਪਣੀ ਬੀਜਣ ਵਾਲੀ ਫਸਲ। ਰਾਈਟ ਹੈ, ਕਿਉਂਕਿ ਮੈਂ ਤੁਹਾਨੂੰ ਹੁਣੇ ਕਰਵਾ ਕੇ ਹਟਿਆ, ਪਿੱਛੇ ਦੇਖੋ ਹੁਣੇ ਹੀ ਕਰਵਾ ਕੇ ਹਟਿਆ ਕਿ ਰੱਬੀ ਆ ਦੇਖੋ ਅਕਤੂਬਰ ਨਵੰਬਰ ਦੇ ਵਿੱਚ। ਠੀਕ ਹੈ ਜੀ,
ਤਾਂ ਇਹਨੂੰ ਯਾਦ ਰੱਖਣਾ ਵੀ ਜਿਹੜੀ ਹਾੜੀ ਦੀ ਫਸਲਾਂ ਹੈਗੀਆਂ ਇਹਦੇ ਵਿੱਚ ਹੁਣ ਮੇਨ ਕਿਹੜੀ ਆ ਗਈ, ਆਪਣੀ ਕਣਕ ਵਗੈਰਾ ਆ ਗਈ। ਨੈਕਸਟ ਮੂਵ ਕਰਦੇ ਆ। ਹੁਣ ਆ ਦੇਖੋ ਫਸਲ ਕਿਉਂ ਜ਼ਰੂਰੀ ਹੈ ਯਾਦ ਕਰਨੀ, ਕਿਉਂਕਿ ਆ ਦੇਖੋ ਫਸਲ ਪੁੱਛੀ ਗਈ ਹੈ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦ ਰੱਬੀ ਕ੍ਰੌਪ। ਤਾਂ ਮਸਟਰਡ ਜਿਹਨੂੰ ਆਪਾਂ ਸਰੋਂ ਕਹਿ ਦਿੰਦੇ ਆ, ਸਰੋਂ ਦਾ ਤੇਲ ਬਣਦਾ ਹੈ ਨਾ, ਮਸਟਰਡ ਹੋ ਗਈ, ਇਹ ਸਾਰੀ ਕਿਹਦੇ ਅੰਡਰ ਆਉਂਦੀਆਂ ਨੇ, ਰੱਬੀ ਦੇ ਅੰਡਰ ਆਉਂਦੀਆਂ ਨੇ। ਠੀਕ ਹੈ, ਤਾਂ ਕਾਟਨ ਹੋ ਗਈ, ਮੈਜ਼ਾ ਹੋ ਗਿਆ, ਅਰਹਰ ਹੋ ਗਈ, ਇਹ ਸਾਰੇ ਕਿਹਦੇ ਅੰਡਰ ਆਉਂਦੇ ਨੇ ਆਪਣੇ, ਠੀਕ ਹੈ, ਖਰੀਫ ਦੇ ਅੰਡਰ ਆਉਂਦੇ ਨੇ। ਤਾਂ ਇਦਾਂ ਥੋੜੀ ਜਿਹੀ ਤੁਸੀਂ ਯਾਦ ਕਰਨੀਆਂ ਨੇ 4-5 ਮੇਨ ਤਾਂ ਤੁਹਾਨੂੰ ਮੈਂ ਦੱਸੂਗਾ ਵੀ ਕਿਹੜੀਆਂ ਕਿਹੜੀਆਂ ਪੜ੍ਹਨੀਆਂ ਆਪਾਂ। ਤਾਂ ਇਦਾਂ ਕੋਈ ਵੀ ਕ੍ਰੌਪ ਪੁੱਛ ਲੂਗਾ ਵੀ ਆਹ ਕ੍ਰੌਪ ਕਿਹਦੇ ਅੰਡਰ ਆਉਂਦੀ ਹੈ, ਰੱਬੀ ਦੇ ਅੰਡਰ ਆਉਂਦੀ ਹੈ, ਖਰੀਫ ਦੇ ਅੰਡਰ ਆਉਂਦੀ ਹੈ। ਓਕੇ ਜੀ, ਨੈਕਸਟ ਮੂਵ ਕਰਦੇ ਹਾਂ ਆਪਾਂ। ਹੁਣ ਆਹ ਦੇਖੋ ਕੁਐਸਚਨ ਪੁੱਛ ਲਿਆ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਏ ਖਰੀਫ ਕ੍ਰੌਪ। ਹੁਣ ਜੇ ਆਪਾਂ ਨੂੰ ਪਤਾ ਹੀ ਨਹੀਂ ਹੋਊਗਾ ਵੀ ਰੱਬੀ ਦੇ ਅੰਡਰ ਕਿਹੜੀਆਂ ਆਉਂਦੀਆਂ, ਖਰੀਫ ਦੇ ਅੰਡਰ ਕਿਹੜੀਆਂ ਆਉਂਦੀਆਂ, ਆਪਾਂ ਇਸ ਕੁਐਸਚਨ ਦਾ ਆਨਸਰ ਨਹੀਂ ਕਰ ਪਾਵਾਂਗੇ। ਤਾਂ ਜਿਹਨੂੰ ਪਤਾ ਹੋਊਗਾ ਦੇਖੋ ਥੋੜਾ ਜਿਹਾ ਇੱਕ ਮੋਟਾ ਜਿਹਾ ਆਈਡੀਆ, ਇੱਕ ਦੋ ਵਾਰੀ ਪੜੋਗੇ ਯਾਦ ਹੋ ਜਾਣਗੀਆਂ, ਕਿਉਂਕਿ ਸੀਜ਼ਨ ਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਸੀਜ਼ਨ ਦੇ ਵਿੱਚ ਕਿਹੜੀ ਫਸਲ ਹੁੰਦੀ ਹੈ। ਤਾਂ ਦੇਖੋ ਗਰਾਊਂਡ ਨਟ ਹੋ ਗਿਆ, ਆਪਣਾ ਮੈਜ਼ਾ ਹੋ ਗਿਆ, ਪੈਡੀ ਹੋ ਗਈ, ਸਾਰੇ ਕਿਹਦੇ ਅੰਡਰ ਆਉਂਦੀਆਂ ਨੇ, ਆਪਣੀਆਂ ਖਰੀਫ ਦੇ ਅੰਡਰ ਆਉਂਦੀਆਂ ਨੇ। ਠੀਕ ਹੈ ਜੀ, ਤਾਂ ਪੰਜਾਬੀ ਦੇ ਵਿੱਚ ਵੀ ਪੜਾਂਗੇ ਆਪਾਂ ਨਾਲ। ਹੁਣ ਆਪਾਂ ਸਟਾਰਟ ਕਰਦੇ ਹਾਂ। ਅੱਜ ਆਪਾਂ ਸੌਣੀ ਦੀਆਂ ਫਸਲਾਂ ਪੜ੍ਹਨੀਆਂ ਨੇ ਰਾਜੇ। ਅੱਗੇ ਨੈਕਸਟ ਮੈਂ ਦੇਖੋ ਇੰਗਲਿਸ਼ ਦੇ ਵਿੱਚ ਵੀ ਸਲਾਈਡ ਪਾਈ ਹੋਈ ਆ, ਖਰੀਫ ਕ੍ਰੌਪ। ਤਾਂ ਖਰੀਫ ਕ੍ਰੌਪ ਬਾਰੇ ਆਪਾਂ ਡਿਟੇਲ 'ਚ ਜਾਣ ਲੱਗੇ ਆ, ਕੱਲੀ ਚੀਜ਼ ਪੜਾਂਗੇ, ਕੱਲੀ ਚੀਜ਼ ਜਿਵੇਂ ਬਾਸਮਤੀ, ਝੋਨਾ, ਠੀਕ ਹੈ, ਆਪਣਾ ਸਾਰਾ ਕੁਝ ਪੜ੍ਹਨਾ ਆਪਾਂ ਇਹਦੇ ਵਿੱਚ। ਤਾਂ ਗੱਲ ਕਰਦੇ ਹਾਂ ਇਹ ਡਿਟੇਲ ਦੇ ਵਿੱਚ। ਜਦੋਂ ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਜੂਨ ਜੁਲਾਈ ਦੇ ਵਿੱਚ ਜਾਂ ਮਾਨਸੂਨ ਆਉਣ ਤੇ ਜਿਹੜੀਆਂ ਬੀਜੀਆਂ ਜਾਂਦੀਆਂ ਉਹਨਾਂ ਨੂੰ ਕਹਿ ਦਿੰਦੇ ਆ ਭਾਈ ਸੌਣੀ ਦੀਆਂ ਫਸਲਾਂ, ਤੇ ਅਕਤੂਬਰ ਨਵੰਬਰ ਦੇ ਵਿੱਚ ਕੀ ਕੀਤੀਆਂ ਜਾਂਦੀਆਂ, ਕੱਟੀਆਂ ਜਾਂਦੀਆਂ। ਹੁਣ ਇਹਦੇ ਵਿੱਚ ਕੀ ਆ, ਇਹਨੂੰ 3 ਭਾਗਾਂ ਦੇ 3 ਮਤਲਬ ਕਿ ਕੈਟਾਗਰੀ ਦੇ ਵਿੱਚ ਡਿਵਾਈਡ ਕੀਤਾ ਗਿਆ ਰਾਜੇ। ਅਨਾਜ ਦੇ ਵਿੱਚ ਦਾਲਾਂ ਤੇ ਤੇਲ ਵਾਲੇ ਬੀਜਾਂ ਵਾਲੀ ਫਸਲਾਂ, ਜਾਂ ਕਹਿੰਦੇ ਸ਼ੂਗਰ ਕੈਨ ਹੋ ਗਿਆ, ਕਪਾਹ ਹੋ ਗਈ ਆਪਣੀ, ਤੇ ਜਿਹੜੀਆਂ ਪਸ਼ੂਆਂ ਦੇ ਚਾਰੇ ਵਗੈਰਾ, ਐਨੀਮਲ ਆਪਾਂ ਘਰਾਂ ਵਿੱਚ ਪਾਲਦੇ ਆ ਨਾ, ਬਫੈਲੋ ਵਗੈਰਾ, ਕਾਓ ਵਗੈਰਾ, ਕਾਹਦੇ ਵਾਸਤੇ, ਮਿਲਕ ਵਾਸਤੇ। ਤਾਂ ਉਹਨਾਂ ਵਾਸਤੇ ਵੀ ਦੇਖੋ ਕੁਛ ਚਾਰੇ ਵਾਸਤੇ, ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨ ਵਾਸਤੇ ਜਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਉਹ ਚਾਰੇ ਦੇ ਵਿੱਚ ਆ ਜਾਂਦੀਆਂ। ਤਾਂ ਰਾਈਟ ਨਾਲ ਦੀ ਨਾਲ ਆਪਾਂ ਇੰਗਲਿਸ਼ ਦੇ ਵਿੱਚ ਪੜ੍ਹ ਲੈਂਦੇ ਹਾਂ ਰਾਜੇ। ਦੇਖੋ ਆ ਗਿਆ ਆਪਣਾ ਖਰੀਫ ਕ੍ਰੌਪ ਆ ਗਈਆਂ, ਜੂਨ ਜੁਲਾਈ ਦੇ ਵਿੱਚ ਕੀ ਕੀਤੀਆਂ ਜਾਂਦੀਆਂ, ਬੀਜੀਆਂ ਜਾਂਦੀਆਂ, ਤੇ ਹਾਰਵੈਸਟਡ ਕਦੋਂ ਹੁੰਦੀਆਂ ਨੇ, ਅਕਤੂਬਰ ਨਵੰਬਰ ਦੇ ਵਿੱਚ। ਓਕੇ, ਇਹਦੇ ਵਿੱਚ ਦੇਖੋ ਸੀਡਸ ਆ ਗਿਆ, ਪਲਸ ਐਂਡ ਆਇਲ ਸੀਡਸ ਆ ਗਏ, ਕਾਟਨ, ਸ਼ੂਗਰ ਕੈਨ ਐਂਡ ਖਰੀਫ ਫੂਡਰਸ ਆ ਗਏ। ਠੀਕ ਹੈ, ਤਾਂ ਇਹਨੂੰ ਇੰਗਲਿਸ਼ ਦੇ ਵਿੱਚ ਆਪਣੇ ਆਪ ਪੜ੍ਹ ਲਿਓ ਰਾਜੇ। ਬਹੁਤ ਸਿੰਪਲ ਲੈਂਗੁਏਜ ਦੇ ਵਿੱਚ ਲਿਖਿਆ ਗਿਆ, 8ਵੀਂ 9ਵੀਂ ਦੀ ਕਿਤਾਬਾਂ ਦੇ ਵਿੱਚੋਂ ਚੱਕੀ ਗਈ ਲੈਂਗੁਏਜ ਆ ਇਹ, ਹੋਰ ਕੁਛ ਨਹੀਂ ਹੈ। ਹੁਣ ਗੱਲ ਕਰਦੇ ਹਾਂ ਰਾਜੇ ਅਨਾਜ ਦੀ। ਗੱਲ ਕਰੀਏ, ਅਨਾਜ ਹੁੰਦਾ ਉਹ ਚੀਜ਼ ਜਿਹਨੂੰ ਇਨਸਾਨ ਕੀ ਹੈ ਆਪਣੀ ਬੇਸਿਕ ਨੀਡ ਵਾਸਤੇ ਉਗਾਉਂਦਾ ਹੈ। ਹੁਣ ਅਨਾਜ ਦੇ ਵਿੱਚ ਕੀ ਆ ਗਿਆ, ਜਿਵੇਂ ਆਪਾਂ ਰੋਟੀ ਤਾਂ ਰੋਜ਼ ਖਾਂਦੇ ਆ, ਠੀਕ ਹੈ, ਇਹ ਤਾਂ ਨਹੀਂ ਆਪਾਂ ਰੋਜ਼ 버ਗਰ ਖਾ ਕੇ ਸੌਂ ਜਾਂਦੇ, ਜਾਂ ਆਪਾਂ ਕੀ ਆ ਪੀਜੇ ਪੇਸਟੀਆਂ ਖਾਈ ਜਾਂਦੇ, ਉਹ ਤਾਂ ਆਪਾਂ ਨੂੰ ਕਦੇ ਕਦੇ ਖਾਂਦੇ ਚੰਗੇ ਲੱਗਦਾ ਹੈ ਨਾ। ਤਾਂ ਰੋਟੀ ਬਿਨਾਂ ਆਪਣੀ ਭੁੱਖ ਨਹੀਂ ਮਿਟਦੀ, ਕਿ ਤਾਂ ਸਭ ਤੋਂ ਜ਼ਿਆਦਾ ਆਪਾਂ ਨੂੰ ਬੇਸਿਕ ਨੀਡ ਹੈਗੀ ਅਨਾਜ ਦੀ। ਤਾਂ ਅਨਾਜ ਦੇ ਵਿੱਚ ਜਿਹੜੀਆਂ ਆਲ ਓਵਰ ਇੰਡੀਆ 'ਚ ਦੇਖਿਆ ਜਾਵੇ ਸਭ ਤੋਂ ਜ਼ਿਆਦਾ 2 ਹੀ ਫਸਲਾਂ ਆਪਾਂ ਖਾਂਦੇ ਆ, ਇੱਕ ਤਾਂ ਕਣਕ ਤੇ ਇੱਕ ਰਾਈਸ। ਠੀਕ ਹੈ, ਤਾਂ ਅੱਜ ਆਪਾਂ ਗੱਲ ਕਰਦੇ ਹਾਂ ਵੀ ਜੇ ਆਪਾਂ ਸੌਣੀ ਦੇ ਵਿੱਚ ਅਨਾਜ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਰਾਜੇ ਆਪਣੇ ਕੋਲ ਫਸਲਾਂ ਹੁੰਦੀਆਂ, ਜਿਵੇਂ ਰਾਈਸ ਹੋ ਗਿਆ, ਝੋਨਾ, ਬਾਸਮਤੀ ਹੋ ਗਿਆ, ਉਹਦੀ ਫਰਦਰ ਵੈਰਾਈਟੀ ਹੈ, ਮੱਕੀ ਹੋ ਗਈ, ਠੀਕ ਹੈ, ਜਵਾਰ ਹੋ ਗਈ, ਆਪਾਂ ਮੱਕੀ ਦਾ ਆਟਾ ਵੀ ਖਾਂਦੇ ਆ, ਜਵਾਰ ਦਾ ਆਟਾ ਵੀ ਖਾ ਸਕਦੇ ਹਾਂ, ਬਾਜਰਾ ਵਗੈਰਾ, ਤੇ ਮਤਲਬ ਕਿ ਆਪਣੇ ਜਾਨਵਰ ਵਗੈਰਾ ਵੀ ਇਹ ਚੀਜ਼ ਖਾਂਦੇ ਆ। ਤਾਂ ਇਹ ਸਾਰੇ ਕੀ ਨੇ ਰਾਜੇ, ਆਪਣੇ ਅੰਨ ਦੇ ਅੰਡਰ ਆਉਂਦੇ ਨੇ। ਅੰਨ ਹੁੰਦਾ ਅਨਾਜ, ਪੰਜਾਬੀ ਦੇ ਵਿੱਚ ਇੱਕ ਠੇਠ ਵਰਡ ਹੈ ਅੰਨ। ਅੰਨ ਦਾ ਮਤਲਬ ਕੀ ਹੁੰਦਾ, ਅਨਾਜ ਹੁੰਦਾ ਹੈ। ਠੀਕ ਹੈ, ਤਾਂ ਆਪਾਂ ਹੁਣ ਗੱਲ ਕਰਦੇ ਹਾਂ ਝੋਨੇ ਦੀ, ਜਿਹਨੂੰ ਇੰਗਲਿਸ਼ ਦੇ ਵਿੱਚ ਪੈਡੀ ਕਹਿ ਦਿੰਦੇ ਆ, ਰਾਈਸ ਵੀ ਕਹਿ ਦਿੰਦੇ ਆ। ਓਕੇ ਜੀ, ਤਾਂ ਝੋਨੇ ਦੇ ਵਿੱਚ ਹੁਣ ਦੇਖੋ ਜਿਹੜੀ ਮੇਨ ਚੀਜ਼ ਯਾਦ ਰੱਖਣ ਵਾਲੀ ਗੱਲ ਹੈ ਕਿ ਅਗਰ ਆਪਾਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ ਤਾਂ ਜਿਹੜਾ ਚੀਨ ਹੈਗਾ ਰਾਜੇ, ਚੀਨ ਦੇ ਵਿੱਚ ਸਭ ਤੋਂ ਵੱਧ ਪੈਦਾਵਾਰ ਹੁੰਦੀ ਹੈ ਕਿਹਦੀ, ਝੋਨੇ ਦੀ। ਤਾਂ ਤੁਸੀਂ ਯਾਦ ਕਿਵੇਂ ਰੱਖਣਾ, ਹੁਣ ਤੁਸੀਂ ਆਪਣੀਆਂ ਜੈਕੀ ਚੈਨ ਦੀਆਂ ਫਿਲਮਾਂ ਵਗੈਰਾ ਦੇਖਦੇ ਹੋਵੋਗੇ, ਜਾਂ ਕੁੰਗ ਫੂ ਦੇਖਦੇ ਹੋਵੋਗੇ, ਹੈ ਨਾ। ਇੱਦਾਂ ਦਾ ਕੋਈ ਬੰਦਾ ਨਹੀਂ ਹੋਊਗਾ ਜਿਹਨੇ ਫਿਲਮ ਨਾ ਦੇਖੀ ਹੋਊਗੀ। ਉਹਦੇ ਵਿੱਚ ਦੇਖੋ ਤੁਸੀਂ ਆਮ ਯਾਦ ਰੱਖਦੇ ਹੋ ਕਿ ਉਹ 2 ਸਟਿੱਕ ਦੇ ਨਾਲ ਚਾਵਲ ਖਾਂਦੇ ਆ ਹਮੇਸ਼ਾ, ਕਿਉਂਕਿ ਉੱਥੇ ਚਾਵਲ ਜ਼ਿਆਦਾ ਖਾਧੇ ਜਾਂਦੇ ਆ। ਚਾਵਲ ਖਾਣ ਦੇ ਨਾਲ ਕੀ ਉਹ ਪਤਲਾ ਹੁੰਦਾ ਬੰਦਾ, ਤਾਂ ਉਹ ਚਾਵਲ ਖਾਂਦੇ ਆ ਪਤਲੇ। ਤੋਂ ਯਾਦ ਰੱਖਣਾ ਕਿ ਚੀਨ ਵਾਲੇ ਪਤਲੇ ਹੁੰਦੇ ਆ, ਤੇ ਚਾਵਲ ਕਿਵੇਂ ਖਾਂਦੇ ਆ, ਸਟਿੱਕ ਦੇ ਨਾਲ ਖਾਂਦੇ ਆ। ਤਾਂ ਬਸ ਚਾਵਲ ਵੀ ਪਤਲਾ ਹੁੰਦਾ, ਤੇ ਚੀਨ ਵਾਲੇ ਵੀ ਪਤਲੇ ਹੁੰਦੇ ਆ, ਤੇ ਸਟਿੱਕ ਵੀ ਪਤਲੀ ਹੁੰਦੀ ਆ। ਉੱਥੋਂ ਬਸ ਟ੍ਰਿਕ ਬਣਾ ਲਿਓ ਦਿਮਾਗ ਦੇ ਵਿੱਚ। ਚਾਵਲ ਸਭ ਤੋਂ ਵੱਧ ਕਿੱਥੇ ਹੁੰਦਾ ਰਾਜੇ, ਅਗਰ ਆਪਾਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ ਤਾਂ ਚੀਨ ਦੇ ਵਿੱਚ ਹੁੰਦਾ ਹੈ। ਚੀਨ ਦੁਨੀਆ ਦੇ ਵਿੱਚ ਸਭ ਤੋਂ ਅੱਗੇ ਹੈ। ਤੇ ਪਰ ਜੇ ਆਪਾਂ ਇੰਡੀਆ ਲੈਵਲ ਦੀ ਗੱਲ ਕਰੀਏ ਆਪਣੇ, ਹੈ ਨਾ, ਤਾਂ ਨੈਸ਼ਨਲ ਲੈਵਲ ਦੀ ਗੱਲ ਕਰੀਏ ਤਾਂ ਆਪਣਾ ਜਿਹੜਾ ਰਾਜੇ ਪੱਛਮੀ ਬੰਗਾਲ ਹੈਗਾ ਉਹ ਭਾਰਤ ਦਾ ਸਭ ਤੋਂ ਮੋਹਰੀ ਹੈ। ਮੋਹਰੀ ਦਾ ਮਤਲਬ ਕਿ ਸਭ ਤੋਂ ਵੱਧ ਪੈਦਾਵਾਰ ਕਿੱਥੇ ਹੁੰਦੀ ਹੈ, ਪੱਛਮੀ ਬੰਗਾਲ ਦੇ ਵਿੱਚ ਹੁੰਦੀ ਹੈ। ਇਹ ਮੈਂ ਤਾਂ ਕਹਿ ਰਿਹਾ, ਫਿਲਹਾਲ ਅਜੇ ਤੱਕ ਕਦੇ ਪੁੱਛਿਆ ਤਾਂ ਨਹੀਂ ਗਿਆ, ਪਰ ਐਗਜ਼ਾਮੀਨਰ ਕੁਝ ਵੀ ਪੁੱਛ ਸਕਦਾ ਰਾਜੇ। ਅੱਜ ਕੱਲ੍ਹ ਕੰਪੀਟੀਸ਼ਨ ਲੈਵਲ ਹਾਈ ਹੋ ਗਿਆ, ਤਾਂ ਤੁਸੀਂ ਬਸ ਟ੍ਰਿਕ ਦੇ ਥਰੂ ਯਾਦ ਰੱਖ ਲਿਓ ਜਿਹੜੀਆਂ ਮੇਨ ਫਸਲਾਂ, ਜਿਵੇਂ ਝੋਨਾ ਹੋ ਗਿਆ, ਕਣਕ ਹੋ ਗਈ, ਮੱਕੀ ਹੋ ਗਈ, ਜਵਾਰ ਹੋ ਗਈ,
ਤਿੰਨ 8-9 ਫਸਲਾਂ ਜਿਹੜੀਆਂ ਮੇਨ ਹੈਗੀਆਂ ਉਹਨਾਂ ਦੇ ਜ਼ਰੂਰ ਯਾਦ ਰੱਖ ਲਿਓ ਵੀ ਸਭ ਤੋਂ ਵੱਧ ਇੰਟਰਨੈਸ਼ਨਲ ਲੈਵਲ ਕਿੱਥੇ ਹੁੰਦੀ ਹੈ ਜਾਂ ਨੈਸ਼ਨਲ ਲੈਵਲ 'ਤੇ ਕਿੱਥੇ ਹੁੰਦੀ ਹੈ। ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਅਗਰ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਝੋਨੇ ਨੂੰ ਆਪਾਂ ਧਾਨ ਵੀ ਕਹਿ ਦਿੰਦੇ ਹਾਂ, ਜੀਰੀ ਵੀ ਕਹਿ ਦਿੰਦੇ ਹਾਂ। ਤਾਂ ਠੇਠ ਵਰਡ ਨੇ ਜਿਹੜੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ, ਮਾਲਵੇ ਮਾਝੇ ਦੇ ਵਿੱਚ ਅਲੱਗ-ਅਲੱਗ ਬੋਲੇ ਜਾਂਦੇ ਆ ਤੇ ਸਭ ਦਾ ਮਤਲਬ ਕੀ ਹੁੰਦਾ, ਲਗਭਗ ਸੇਮ ਹੀ ਹੁੰਦਾ। ਹੁਣ ਆਪਾਂ ਬਸ ਆਪਣੇ ਵਾਸਤੇ ਇੰਨਾ ਇੰਪੋਰਟੈਂਟ ਹੈ ਰਾਜੇ, ਝੋਨਾ ਜਿਹੜਾ ਹੈਗਾ ਕਿ ਮੇਨ ਸਾਉਣੀ ਦੀ ਫਸਲ ਹੈਗੀ ਹੈ ਤੇ ਇਹਦੇ ਵਿੱਚ ਕਿਹੜਾ ਦੇਸ਼ ਸਭ ਤੋਂ ਅੱਗੇ ਹੈ ਤੇ ਕਿਹੜਾ ਸਟੇਟ ਅੱਗੇ ਹੈ, ਰਾਈਟ ਹੈ। ਤਾਂ ਇੰਗਲਿਸ਼ ਦੇ ਵਿੱਚ ਵੀ ਪੜ੍ਹ ਲਿਓ ਤੁਸੀਂ, ਸੇਮ ਚੀਜ਼ ਮੈਂ ਲਿਖੀ ਹੋਈ ਹੈ, ਰਾਈਸ ਪੈਡੀ। ਠੀਕ ਹੈ। ਚਾਈਨਾ ਕੀ ਕਰਦਾ, ਆਕੂਪਾਈ ਕਰਦਾ ਫਸਟ ਪੋਜੀਸ਼ਨ ਇਨ ਦਾ ਵਰਲਡ। ਤੇ ਵੈਸਟ ਬੰਗਾਲ ਕੀ ਕਰਦਾ, ਆਪਣਾ ਲਾਰਜੈਸਟ ਪ੍ਰੋਡਿਊਸਰ ਹੈ ਰਾਈਸ ਦਾ ਇੰਡੀਆ ਦੇ ਵਿੱਚ, ਰਾਈਟ ਹੈ। ਇਹਨੂੰ ਕਹਿ ਦਿੰਦੇ ਝੋਨਾ, ਧਾਨ ਐਂਡ ਜੀਰੀ। ਯਾਦ ਰੱਖਿਓ ਕਿਉਂਕਿ ਉੱਥੇ ਠੇਠ ਵਰਡ ਵੀ ਲਿਖਿਆ ਆ ਸਕਦਾ ਹੈ ਕਿ ਜੀਰੀ ਦੀ ਪ੍ਰੋਡਕਸ਼ਨ ਦੇ ਵਿੱਚ ਸਭ ਤੋਂ ਅੱਗੇ ਕਿਹੜਾ ਦੇਸ਼ ਹੈ। ਤਾਂ ਜੇ ਆਪਾਂ ਨੂੰ ਹੁਣ ਆਪਾਂ ਇਹ ਨਹੀਂ ਕਿ ਉੱਥੇ ਰਾਈਸ ਹੀ ਲਿਖਿਆ ਆਊਗਾ, ਆਪਾਂ ਨੂੰ ਪੈਡੀ ਲਿਖਿਆ ਆਊਗਾ, ਜੀਰੀ ਲਿਖਿਆ ਆ ਸਕਦਾ, ਧਾਨ ਲਿਖਿਆ ਆ ਸਕਦਾ, ਤਾਂ ਕੁਝ ਵੀ ਲਿਖਿਆ ਆ ਸਕਦਾ, ਠੇਠ ਵਰਡ ਲਿਖੇ ਆ ਸਕਦੇ ਆ ਕਿਉਂਕਿ ਪੰਜਾਬ ਦੇ ਵਿੱਚ ਆਫੀਸ਼ੀਅਲ ਲੈਂਗੁਏਜ ਪੰਜਾਬੀ ਹੈ। ਤਾਂ ਇਸ ਕਰਕੇ ਹੋ ਸਕਦਾ ਉੱਥੇ ਠੇਠ ਵਰਡ ਲਿਖੇ ਆ ਜਾਣ। ਤਾਂ ਆਪਾਂ ਨੂੰ ਠੇਠ ਵਰਡ ਵੀ ਪਤਾ ਹੋਣੇ ਚਾਹੀਦੇ ਆ। ਪਿੰਡਾਂ ਵਾਲਿਆਂ ਨੂੰ ਤਾਂ ਪਤਾ ਹੀ ਹੋਣਗੇ ਰਾਜੇ, ਕਿਉਂਕਿ ਮੈਂ ਵੀ ਪਿੰਡ ਤੋਂ ਬਿਲੋਂਗ ਕਰਦਾ, ਮੈਨੂੰ ਪਤਾ ਵੀ ਉੱਥੇ ਤਾਂ ਇਹ ਆਮ ਆਪਾਂ ਜੰਮਦੇ ਪਲਦੇ, ਆਪਾਂ ਖੇਤਾਂ ਦੇ ਵਿੱਚ ਹੀ ਜੰਮੇ ਪਲੇ ਆ। ਪਰ ਸਿਰਫ ਉਹਨਾਂ ਵਾਸਤੇ, ਕਿਉਂਕਿ ਮੇਰੇ ਬਹੁਤ ਭੈਣ ਭਰਾ ਆਪਣੇ ਨਾਲ ਜਿਹੜੇ ਜੁੜੇ ਹੈਗੇ ਆ ਰਾਜੇ, ਹੋ ਸਕਦਾ ਕੋਈ ਹਰਿਆਣੇ ਤੋਂ ਬਿਲੋਂਗ ਕਰਦਾ, ਹਰਿਆਣੇ ਦੇ ਵੈਸੇ ਪਿੰਡ ਕਾਫੀ ਨੇ, ਕਈ ਵਾਰੀ ਕੋਈ ਸ਼ਹਿਰ ਤੋਂ ਬਿਲੋਂਗ ਕਰਦਾ ਹੁੰਦਾ, ਨਹੀਂ ਉਹਦਾ ਵਿਆਹ ਪਿਆ ਹੁੰਦਾ ਇਸ ਗੱਲਾਂ ਦੇ ਨਾਲ। ਤਾਂ ਉਹਨਾਂ ਵਾਸਤੇ ਕਹਿ ਰਿਹਾ ਮੈਂ, ਇਹ ਨਾਮ ਯਾਦ ਰੱਖਣੇ ਬਹੁਤ ਜ਼ਰੂਰੀ ਹੈ। ਠੀਕ ਹੈ। ਬਾਕੀ ਮਿਸ ਪੂਜਾ ਦੇ ਗਾਣੇ ਸੁਣ ਲਿਓ, ਝੋਨੇ ਤੇ ਬਹੁਤ ਗਾਣੇ ਗਾਏ ਆ ਉਹਨੇ। ਠੀਕ ਹੈ। ਓਕੇ ਜੀ, ਚਲੋ ਆਪਾਂ ਨੈਕਸਟ ਵੱਧਦੇ ਹਾਂ। ਹੁਣ ਆਹ ਦੇਖੋ, ਕਹਿੰਦਾ ਦਾ ਮੇਨ ਫੂਡ ਕ੍ਰੌਪ ਆਫ ਖਰੀਫ ਸੀਜ਼ਨ। ਤਾਂ ਖਰੀਫ ਸੀਜ਼ਨ ਦੀ ਜਿਹੜੀ ਫੂਡ ਹੈ, ਕ੍ਰੌਪ ਹੈ, ਕਿਹੜੀ ਹੈ? ਤਾਂ ਅਨਾਜ ਵਾਲੀ ਕ੍ਰੌਪ ਪੁੱਛ ਰਿਹਾ। ਦੇਖੋ ਫੂਡ ਕ੍ਰੌਪ ਤੋਂ ਯਾਦ ਰੱਖਣਾ, ਅਨਾਜ ਵਾਲੀ ਪੁੱਛ ਰਿਹਾ। ਜੇ ਮਸਟਰਡ ਵਾਲੀ ਪੁੱਛੂਗਾ ਤਾਂ ਅਲੱਗ ਹੋਊਗੀ। ਤਾਂ ਅਨਾਜ ਵਾਸਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ, ਜਿਹੜਾ ਰਾਈਸ ਹੈ ਉਹ ਕੀ ਹੈ, ਮੇਨ ਫੂਡ ਹੈ, ਕ੍ਰੌਪ ਹੈ ਕਿਹਦੀ, ਖਰੀਫ ਸੀਜ਼ਨ ਦੀ। ਤਾਂ ਰਾਜੇ ਬਸ ਇਦਾਂ ਹੀ ਬੇਸਿਕ ਕੁਐਸਚਨ ਪੁੱਛੇ ਜਾਣਗੇ, ਬਸ ਇਦਾਂ ਹੀ ਆਪਾਂ ਤਿਆਰੀ ਕਰਨੀ ਹੈ। ਤੁਹਾਨੂੰ ਦੇਖਣ ਨੂੰ ਲੱਗਦਾ ਹੋਊਗਾ ਸਰ ਨੇ ਬਹੁਤ ਸਿੰਪਲ ਕੁਐਸਚਨ ਪਾਏ, ਪਰ ਇਹ ਸਿੰਪਲ ਨਹੀਂ ਹੈਗੇ। ਸਿੰਪਲ ਤੁਹਾਨੂੰ ਤਾਂ ਲੱਗ ਰਿਹਾ ਕਿਉਂਕਿ ਤੁਸੀਂ ਪਿੱਛੇ ਥਿਊਰੀ ਪੜ੍ਹ ਲਈ। ਜੇ ਥਿਊਰੀ ਨਹੀਂ ਪੜ੍ਹੋਗੇ ਤੁਹਾਨੂੰ ਇਹੀ ਟਫ ਲੱਗਣ ਲੱਗ ਜਾਣਗੇ। ਠੀਕ ਹੈ। ਤਾਂ ਹਰ ਇੱਕ ਚੀਜ਼ ਸਿੰਪਲ ਲੱਗੂਗੀ ਜੇ ਤੁਸੀਂ ਬਿਲਕੁਲ ਰਾਈਟ ਮੈਥਡ ਦੇ ਨਾਲ ਪੜ੍ਹੋਗੇ। ਹੁਣ ਆਪਾਂ ਗੱਲ ਕਰਦੇ ਹਾਂ ਨੈਕਸਟ ਇਹਦੀਆਂ ਵੈਰਾਈਟੀਜ਼ ਬਾਰੇ ਪੁੱਛ ਸਕਦਾ ਰਾਜੇ। ਵੈਰਾਈਟੀਜ਼ ਵੈਸੇ ਤਾਂ ਕਾਫੀ ਸਾਰੀਆਂ, ਪਰ ਜਿਹੜੀਆਂ ਪੰਜਾਬ ਦੇ ਵਿੱਚ ਚੱਲਦੀਆਂ ਆਪਾਂ ਉਹੀ ਪੜ੍ਹਨੀਆਂ ਨੇ, ਕਿਉਂਕਿ ਪੰਜਾਬ ਲੈਵਲ ਦਾ ਹੀ ਲਿਖਿਆ ਹੋਇਆ ਉਹਦੇ ਵਿੱਚ। ਮੈਂ ਫਿਰ ਵੀ ਇੰਡੀਆ ਲੈਵਲ ਦੀਆਂ ਲੈ ਕੇ ਆਇਆ, ਲੇਕਿਨ ਪੰਜਾਬ ਲੈਵਲ ਦਾ ਹੀ ਪੁੱਛਿਆ। ਹੁਣ ਇਹਦੇ ਵਿੱਚ ਬਸ ਯਾਦ ਰੱਖਣ ਵਾਲਾ ਕੀ ਗੱਲ ਹੈ, ਬਸ ਇੱਕ ਸੀਰੀਜ਼ ਯਾਦ ਰੱਖ ਲਓ, ਜਿਵੇਂ PR 123, 122, 121, 118 ਤੇ 1116। ਇਹ ਸਾਰੀਆਂ ਕੀ ਨੇ, ਆਪਣੀਆਂ ਵੈਰਾਈਟੀਜ਼ ਨੇ, ਕਿਹਦੀਆਂ ਨੇ, ਝੋਨੇ ਦੀਆਂ। ਬੇਸਿਕਲੀ ਇਹ ਪਰਮਲ ਦੇ ਅੰਡਰ ਆਉਂਦੀਆਂ ਨੇ, ਪਰ ਤੁਸੀਂ ਇੱਦਾਂ ਯਾਦ ਰੱਖ ਲਿਓ ਵੀ ਇਹ ਵੈਰਾਈਟੀਜ਼ ਬਾਰੇ ਨਾਮ ਯਾਦ ਰੱਖਣੇ ਨੇ, ਕਿਹਦੀਆਂ ਨੇ, ਇਹ ਪੈਡੀ ਦੀਆਂ ਵੈਰਾਈਟੀਜ਼ ਨੇ। ਓਕੇ ਜੀ, ਪਹਿਲੀ ਕ੍ਰੌਪ ਕਲੀਅਰ ਹੈ ਸਭ ਨੂੰ। ਨੈਕਸਟ ਵੱਲ ਮੂਵ ਕਰਦੇ ਹਾਂ ਆਪਾਂ। ਹੁਣ ਅਗਰ ਆਪਾਂ ਗੱਲ ਕਰੀਏ ਝੋਨੇ ਤੋਂ ਥੋੜਾ ਜਿਹਾ ਉੱਪਰ ਆ ਜਾਈਏ, ਤਾਂ ਉਹਦੀ ਜਿਹੜੀ ਇੰਪਰੂਵਡ ਵੈਰਾਈਟੀ ਹੈ ਉਹ ਹੈਗੀ ਹੈ ਬਾਸਮਤੀ ਚਾਵਲ। ਬੇਸਿਕਲੀ ਆਪਾਂ ਖਾਂਦੇ ਹਾਂ ਕਿਉਂਕਿ ਉਹ ਖੁਸ਼ਬੂਦਾਰ ਹੁੰਦਾ ਹੈ। ਦੂਜਾ ਕੀ ਹੁੰਦਾ ਰਾਜੇ, ਉਹਦਾ ਦਾਣਾ ਕੀ ਹੁੰਦਾ, ਲੰਬਾ ਹੁੰਦਾ ਲੰਬਾਈ ਦੇ ਵਿੱਚ, ਤੇ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ ਹੈ। ਕਿਉਂਕਿ ਫੂਡ ਦੀ ਜਿਹੜੀ ਪ੍ਰੈਜੈਂਟੇਸ਼ਨ ਹੁੰਦੀ ਹੈ ਇਨਸਾਨ ਵਾਸਤੇ ਬਹੁਤ ਜ਼ਰੂਰੀ ਹੈ। ਉਹ ਪੰਜਾਬੀ ਦੇ ਵਿੱਚ ਕਹਾਵਤ ਵੀ ਹੈ, ਜੇ ਅੱਖਾਂ ਨੇ ਨਹੀਂ ਨਾ ਖਾਧਾ ਤੇ ਫਿਰ ਮਤਲਬ ਆਪਾਂ ਕੀ ਖਾਣਾ। ਤੇ ਜੇ ਫੂਡ ਪ੍ਰੈਜੈਂਟੇਸ਼ਨ ਵਧੀਆ ਨਹੀਂ ਹੋਊਗੀ ਤਾਂ ਆਪਾਂ ਖਾਂਦੇ ਨਹੀਂ। ਤਾਂ ਇਹਦੇ ਵਿੱਚ ਬਾਸਮਤੀ ਦੇ ਵਿੱਚ ਕਾਫੀ ਸਾਰੀਆਂ ਵੈਰਾਈਟੀਜ਼ ਵਰਤੀਆਂ ਜਾਂਦੀਆਂ ਰਾਜੇ। ਜਿਹੜੀਆਂ ਮਸ਼ਹੂਰ ਨੇ, ਇੰਪੋਰਟੈਂਟ ਨੇ, ਉਹ ਹੈਗੀ ਆ ਪੰਜਾਬ ਬਾਸਮਤੀ 3, ਪੂਸਾ ਪੰਜਾਬ ਬਾਸਮਤੀ। ਠੀਕ ਹੈ। 1509 ਪੂਸਾ ਬਾਸਮਤੀ 1121। ਤਾਂ 1121 ਬਹੁਤ ਮਸ਼ਹੂਰ ਆ, 1121 ਜ਼ਿਆਦਾ ਬੀਜੀ ਜਾਂਦੀ ਹੈ ਪੰਜਾਬ ਦੇ ਵਿੱਚ। ਬਸ ਯਾਦ ਰੱਖ ਲਿਓ 2-3 ਵੈਰਾਈਟੀਜ਼ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਇਹਦੇ ਕੁਐਸਚਨ ਜਦੋਂ ਮੈਂ ਕਰਾਉਂਗਾ ਤੁਹਾਨੂੰ ਕਲੀਅਰ ਹੋ ਜਾਣਗੀਆਂ, ਫਿਲਹਾਲ ਤੁਸੀਂ ਯਾਦ ਰੱਖਣੀਆਂ ਨੇ। ਤਾਂ 2 ਕ੍ਰੌਪ ਆਪਾਂ ਪੜ੍ਹਨੀਆਂ, ਪੈਡੀ ਤੇ ਬਾਸਮਤੀ, ਕਿਉਂਕਿ ਬਾਸਮਤੀ ਵੀ ਇੱਕ ਵੱਖਰੀ ਕ੍ਰੌਪ ਦੇ ਵਿੱਚ ਆ ਜਾਂਦਾ। ਝੋਨੇ ਦੀ ਜਿਹੜੀ ਨੈਕਸਟ ਇੰਪਰੂਵਡ ਵੈਰਾਈਟੀ ਹੈ ਉਹ ਹੈਗੀ ਆ ਬਾਸਮਤੀ। ਤਾਂ ਫਿਲਹਾਲ ਆਪਾਂ ਮੰਨ ਕੇ ਚੱਲਦੇ ਆ, ਚਲੋ ਇੱਕ ਦੇ ਵਿੱਚ ਹੀ ਮੰਨ ਲਿਆ। ਤਾਂ ਹੀ ਮੈਂ ਦੇਖੋ 1.1 ਦੇ ਵਿੱਚ ਕੀ ਲਿਖਿਆ ਹੋਇਆ ਸੀਗਾ, ਆਪਣਾ ਝੋਨਾ, ਤੇ 1.2 ਦੇ ਵਿੱਚ ਕੀ ਆ ਗਿਆ ਸੀ, ਬਾਸਮਤੀ। ਹੁਣ ਆਪਣਾ ਆ ਗਿਆ ਅੱਗੇ। ਠੀਕ ਹੈ। 1.3 ਆਪਾਂ ਪੜ੍ਹਦੇ ਹਾਂ। ਨੈਕਸਟ ਆ ਗਿਆ ਆਪਣੇ ਕੋਲੇ ਮੱਕੀ। ਤਾਂ ਮੱਕੀ ਨੂੰ ਆਪਾਂ ਕਹਿ ਦਿੰਦੇ ਹਾਂ ਮੈਜ਼ੇ ਕੀ ਦੇ ਪੜ੍ਹਦੇ ਹਾਂ ਆਪਾਂ ਇੰਗਲਿਸ਼ ਦੇ ਵਿੱਚ। ਤੇ ਮੱਕੀ ਦੇ ਵਿੱਚ ਹੁਣ ਦੇਖੋ, ਮੱਕੀ ਦੇ ਵਿੱਚ ਪੁੱਛ ਰਿਹਾ ਵੀ ਸਭ ਤੋਂ ਇੰਟਰਨੈਸ਼ਨਲ ਲੈਵਲ ਦੇ ਵਿੱਚ ਕੌਣ ਸਭ ਤੋਂ ਅੱਗੇ ਹੈ, USA ਦੇ ਵਿੱਚ ਭਾਈ ਸਭ ਤੋਂ ਵੱਧ ਮੱਕੀ ਹੁੰਦੀ ਹੈ। ਠੀਕ ਆ, ਬਹੁਤ ਹੈਰਾਨੀ ਵਾਲੀ ਗੱਲ ਹੈ ਨਾ। ਤੁਸੀਂ ਸੋਚਦੇ ਹੋਵੋਗੇ ਕਿ USA ਦੇ ਵਿੱਚ ਵੀ ਐਗਰੀਕਲਚਰ ਹੁੰਦੀ ਹੈ, ਉੱਥੇ ਜ਼ਿਆਦਾ ਐਗਰੀਕਲਚਰ ਹੁੰਦੀ ਹੈ, ਉੱਥੇ ਲੈਂਡ ਬਹੁਤ ਵੱਡੀਆਂ ਹੈਗੀਆਂ। ਤੇ ਉੱਥੇ ਕੀ ਹੈ ਰਾਜੇ, ਮੱਕੀ ਦੀ ਪੈਦਾਵਾਰ ਸਭ ਤੋਂ ਵੱਧ ਹੁੰਦੀ ਹੈ। ਅਗਰ ਆਪਾਂ ਇੰਡੀਆ 'ਚ ਗੱਲ ਕਰੀਏ ਕਿਹੜੀ ਸਟੇਟ ਅੱਗੇ ਆ,
ਆਂਧਰਾ ਪ੍ਰਦੇਸ਼। ਤਾਂ ਆਂਧਰਾ ਪ੍ਰਦੇਸ਼ ਰਾਜੇ ਕੀ ਹੈ, ਆਪਣੇ ਇੰਡੀਆ ਲੈਵਲ ਦੀ ਆ, ਤੇ ਆਪਾਂ ਬੇਸਿਕਲੀ ਦੋਨੇ ਯਾਦ ਰੱਖਣੀਆਂ ਨੇ, ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ। ਜੇ ਪੰਜਾਬ ਦੀ ਗੱਲ ਕਰੀਏ ਰਾਜੇ, ਤਾਂ ਪੰਜਾਬ ਦੇ ਵਿੱਚ ਲਗਭਗ ਕਹਿੰਦਾ 1,25,000 ਜਿਹੜਾ ਹੈਕਟੇਅਰ ਰਕਬਾ ਹੈ ਉਹ ਉਹਦੇ ਅੰਡਰ ਆਉਂਦਾ, ਮੱਕੀ ਦੇ ਅੰਡਰ। ਤਾਂ ਮੱਕੀ ਆਪਣੇ ਦੇ ਵਿੱਚ ਬੇਸਿਕਲੀ 1,25,000 ਹੈਕਟਰ ਦੇ ਵਿੱਚ ਕੀ ਆ, ਉਗਾਈ ਜਾਂਦੀ ਹੈ। ਇਹ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਗੀ। ਬਸ ਯਾਦ ਕੀ ਰੱਖਣਾ, ਮੱਕੀ ਕਿਹਦੇ ਅੰਡਰ ਆਉਂਦੀ ਹੈ, ਕਿਹੜੀ ਕ੍ਰੌਪ ਦੇ ਅੰਡਰ ਆਉਂਦੀ ਹੈ, ਕਿਹੜੀ ਸੀਜ਼ਨ ਦੇ ਅੰਡਰ ਆਉਂਦੀ ਹੈ, ਬਸ ਇਹੀ ਯਾਦ ਰੱਖਣਾ। ਤੇ ਨਾਲ ਇਹਦੀਆਂ ਵੈਰਾਈਟੀਜ਼ ਪੜ੍ਹ ਲਿਓ, PMH1 ਤੇ PMH2, ਤੇ ਇਹ ਸਾਰੀਆਂ ਕੀ ਨੇ, ਨਾਰਮਲ ਵੈਰਾਈਟੀਜ਼ ਨੇ। ਤੇ ਜੇ ਖਾਸ ਵੈਰਾਈਟੀ ਦੀ ਗੱਲ ਕਰੀਏ ਤਾਂ ਪੰਜਾਬ ਸਵੀਟ ਕਾਰਨ 1 ਤੇ ਪਰਲ ਪੌਪਕੌਰਨ, ਇਹ ਕੀਆਂ ਨੇ ਸਪੈਸ਼ਲ ਵੈਰਾਈਟੀਜ਼। ਬਸ ਸਪੈਸ਼ਲ ਪੁੱਛੀਆਂ ਜਾ ਸਕਦੀਆਂ। ਸਵੀਟ ਕੌਰਨ ਸਾਰੇ ਖਾਂਦੇ ਹੋਵੋਗੇ ਤੁਸੀਂ, ਠੀਕ ਹੈ। ਤੇ ਪਰਲ ਪੌਪਕੌਰਨ ਦਾ ਵੀ ਨਾਮ ਯਾਦ ਰੱਖ ਲਿਓ ਪੇਪਰਾਂ ਵਾਸਤੇ। ਇਹ ਸੀਗੀ ਭਾਈ ਤੁਹਾਡੀ ਮੱਕੀ। ਇਹਨੂੰ ਇੰਗਲਿਸ਼ ਦੇ ਵਿੱਚ ਵੀ ਪੜ੍ਹ ਲਿਓ, ਤੇ ਕਿਹੜਾ ਫਸਟ ਪੋਜੀਸ਼ਨ ਦੇ ਉੱਪਰ ਹੈ, ਕਿਹੜਾ ਸੈਕਿੰਡ ਦੇ ਉੱਪਰ ਹੈ। ਤੇ ਪਹਿਲੀ ਕੈਟਾਗਰੀ ਖਤਮ ਹੋ ਗਈ ਰਾਜੇ। ਅਨਾਜ ਦੇ ਵਿੱਚ ਇਹੀ ਆਉਂਦਾ ਸੀਗਾ, ਰਾਈਸ, ਬਾਸਮਤੀ ਐਂਡ ਮੱਕੀ, ਠੀਕ ਹੈ। ਹੁਣ ਨੈਕਸਟ ਆਪਾਂ ਵੱਧਦੇ ਹਾਂ। ਸੈਕਿੰਡ ਕੈਟਾਗਰੀ ਆਪਣੇ ਕੋਲੇ ਆ ਗਈ ਦਾਲ ਤੇ ਤੇਲ ਬੀਜ ਵਾਲੀਆਂ ਫਸਲਾਂ, ਜਿਨ੍ਹਾਂ ਤੋਂ ਕੀ ਆਪਾਂ ਕਰਦੇ ਹਾਂ, ਆਪਾਂ ਪਲਸਿਸ ਵਗੈਰਾ ਹੁੰਦੀਆਂ ਨੇ, ਜਾਂ ਆਪਾਂ ਤੇਲ ਦੇ ਤੌਰ ਤੇ ਯੂਜ਼ ਕਰਦੇ ਹਾਂ। ਜਿਵੇਂ ਸਰੋਂ ਹੋ ਗਈ, ਮਸਟਰਡ ਹੋ ਗਈ, ਉਹਦਾ ਆਪਾਂ ਕੀ ਆਇਲ ਯੂਜ਼ ਕਰਦੇ ਹਾਂ, ਸੋਇਆਬੀਨ ਦਾ ਆਇਲ ਯੂਜ਼ ਕਰਦੇ ਹਾਂ, ਠੀਕ ਹੈ, ਮੂੰਗਫਲੀ ਦਾ ਆਇਲ ਯੂਜ਼ ਕਰਦੇ ਹਾਂ। ਤਾਂ ਇਹ ਸਾਰੀਆਂ ਫਸਲਾਂ ਕਿਹਦੇ ਅੰਡਰ ਆ ਜਾਂਦੀਆਂ ਨੇ, ਤੇਲ ਵਾਲੀਆਂ ਬੀਜ ਦੇ ਅੰਡਰ ਆ ਜਾਂਦੀਆਂ ਨੇ। ਤੇ ਜੇ ਦਾਲਾਂ ਦੀ ਗੱਲ ਕਰੀਏ, ਜਿਵੇਂ ਮੂੰਗੀ ਹੋ ਗਈ, ਮਾਹ ਹੋ ਗਏ, ਅਰਹਰ ਹੋ ਗਏ, ਇਹ ਸਾਰੇ ਕਿਹਦੇ ਅੰਡਰ ਆਉਂਦੇ ਨੇ, ਦਾਲਾਂ ਦੇ ਅੰਡਰ ਆਉਂਦੇ ਨੇ। ਤਾਂ ਰਾਈਟ ਆ, ਯਾਦ ਰੱਖ ਲਿਓ ਰਾਜੇ। ਜਿਹੜੀਆਂ ਨੈਕਸਟ ਸੌਣੀ ਦੀਆਂ ਫਸਲਾਂ ਆ ਗਈਆਂ ਆਪਣੇ ਕੋਲੇ, ਮੂੰਗੀ, ਮਾਹ, ਅਰਹਰ, ਤੇ ਤੇਲ ਦੇ ਵਿੱਚ ਯਾਦ ਰੱਖਿਓ ਮੂੰਗਫਲੀ, ਤਿਲ ਹੋ ਗਿਆ, ਸੋਇਆਬੀਨ ਹੋ ਗਈਆਂ, ਠੀਕ ਹੈ, ਇਹ ਸਾਰੀਆਂ ਇਹਦੇ ਅੰਡਰ ਆਉਂਦੀਆਂ ਨੇ। ਹੁਣ ਆਪਾਂ ਗੱਲ ਕਰਦੇ ਹਾਂ ਦਾਲਾਂ ਦੇ ਵਿੱਚ। ਤੇ ਦੇਖੋ ਹੁਣ ਇੱਥੇ ਇੰਪੋਰਟੈਂਟ ਚੀਜ਼ ਕੀ ਹੋ ਜਾਂਦੀ ਹੈ, ਜੇ ਆਪਾਂ ਦਾਲਾਂ ਦੀ ਗੱਲ ਕਰੀਏ, ਪਲਸਿਸ ਦੀ ਗੱਲ ਕਰੀਏ, ਤਾਂ ਇੰਡੀਆ ਕੀ ਆਉਂਦਾ ਇੰਟਰਨੈਸ਼ਨਲ ਲੈਵਲ ਦੇ ਵਿੱਚ ਸਭ ਤੋਂ ਅੱਗੇ ਹੈ, ਫਸਟ ਪੋਜੀਸ਼ਨ ਦੇ ਉੱਪਰ। ਕਿਉਂਕਿ ਇੰਡੀਆ ਦੇ ਵਿੱਚ ਦਾਲਾਂ ਸਭ ਤੋਂ ਵੱਧ ਉਗਾਈਆਂ ਵੀ ਜਾਂਦੀਆਂ, ਤੇ ਸਭ ਤੋਂ ਜ਼ਿਆਦਾ ਖਪਤ ਵੀ ਕਿੱਥੇ ਹੁੰਦੀ ਹੈ, ਇੰਡੀਆ ਦੇ ਵਿੱਚ ਹੀ ਹੁੰਦੀ ਹੈ ਇਹਨਾਂ ਦੀ। ਤੇ ਜੇ ਹੁਣ ਆਪਾਂ ਸਟੇਟ ਲੈਵਲ ਦੀ ਗੱਲ ਕਰੀਏ, ਤਾਂ ਰਾਜੇ ਤੁਹਾਨੂੰ ਪਤਾ ਜਿਹੜੀਆਂ ਦਾਲਾਂ ਵਗੈਰਾ ਹੁੰਦੀਆਂ ਇਹ ਖੁਸ਼ਕ ਇਲਾਕੇ ਦੇ ਵਿੱਚ ਹੁੰਦੀਆਂ ਨੇ। ਤਾਂ ਜਿਹੜਾ ਰਾਜਸਥਾਨ ਹੋ ਗਿਆ, ਜਿੱਥੇ ਡੈਜ਼ਰਟ ਸੋਇਲ ਮਿਲਦੀ ਆਪਣੀ, ਠੀਕ ਹੈ, ਉੱਥੇ ਕੀ ਹੈ, ਸਭ ਤੋਂ ਵੱਧ ਦਾਲਾਂ ਦੀ ਪੈਦਾਵਾਰ ਹੁੰਦੀ ਹੈ। ਰਾਈਟ ਹੈ ਜੀ। ਤਾਂ ਯਾਦ ਰੱਖਿਓ, ਇੰਡੀਆ ਕੀ ਹੈ, ਸਭ ਤੋਂ ਉੱਪਰ ਹੈ, ਤੇ ਰਾਜਸਥਾਨ ਕੀ ਹੈ, ਸਟੇਟ ਲੈਵਲ ਦੇ ਉੱਪਰ ਫਸਟ ਪੋਜੀਸ਼ਨ ਦੇ ਉੱਪਰ ਹੈ ਦਾਲਾਂ ਦੇ ਵਿੱਚ। ਤੇ ਦਾਲਾਂ ਦੇ ਵਿੱਚ ਕਿਹੜੀ ਕਿਹੜੀ ਹੁੰਦੀ ਹੈ ਰਾਜੇ, ਇਹ ਤੁਹਾਨੂੰ ਮੈਂ ਦੱਸਤਾ। ਹੁਣ ਆਪਾਂ ਦਾਲਾਂ ਦੇ ਵਿੱਚ ਪੜ੍ਹਦੇ ਹਾਂ। ਪਹਿਲੀ ਦਾਲ ਕਿਹੜੀ ਹੈ, ਮੂੰਗੀ, ਠੀਕ ਹੈ। ਅਗਰ ਆਪਾਂ ਇੰਗਲਿਸ਼ ਦੇ ਵਿੱਚ ਗੱਲ ਕਰੀਏ ਤਾਂ ਨੈਕਸਟ ਤੁਸੀਂ ਪੜ੍ਹ ਸਕਦੇ ਹੋ ਰਾਜੇ, ਦਾਲਾਂ ਨੂੰ ਕਹਿ ਦਿੰਦੇ ਆ ਪਲਸਿਸ, ਤੇ ਮੂੰਗ ਕਹਿ ਦਿੰਦੇ ਆ ਇੰਗਲਿਸ਼ ਦੇ ਵਿੱਚ, ਜਿਹਨੂੰ ਪੰਜਾਬੀ ਦੇ ਵਿੱਚ ਮੂੰਗੀ ਕਹਿ ਦਿੰਦੇ ਆਪਾਂ। ਤਾਂ ਇਹਦੇ ਵਿੱਚ ਕੋਈ ਵੀ ਯਾਦ ਕਰਨ ਦੀ ਜ਼ਰੂਰਤ ਨਹੀਂ ਕਿ ਕਿੰਨਾ ਹੈਕਟੇਅਰ ਰਕਬਾ ਹੁੰਦਾ, ਲਟਰਮ ਪਟਰਮ, ਇਹ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਬਸ ਯਾਦ ਰੱਖਣਾ ਵੀ ਦਾਲਾਂ ਦੇ ਅੰਡਰ ਕਿਹੜੇ ਕਿਹੜੇ ਆਉਂਦੇ ਆ। ਮੂੰਗੀ, ਕਿਉਂਕਿ ਫਸਲ ਪੁੱਛ ਸਕਦਾ ਵੀ ਕਿਹੜੀਆਂ ਕਿਹੜੀਆਂ ਫਸਲਾਂ ਪਲਸਿਸ ਦੇ ਅੰਡਰ ਆਉਂਦੀਆਂ ਨੇ, ਠੀਕ ਹੈ। ਤੇ ਨਾਲ ਜੇ ਯਾਦ ਰੱਖਣਾ ਤਾਂ ਹਾਈ ਲੈਵਲ ਤੇ ਤੁਸੀਂ ਦੇਖੋ, ਇਹ ਸਾਰਾ 100% ਹੈ। ਜੇ ਤੁਸੀਂ 101% ਰੱਖਣਾ ਯਾਦ, ਤਾਂ ਤੁਸੀਂ ਵੈਰਾਈਟੀਜ਼ ਵੀ ਯਾਦ ਰੱਖ ਲਿਓ। ਜਿਵੇਂ PAU ਕੀ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਉੱਥੇ ਕੀ ਐਕਸਪੈਰੀਮੈਂਟ ਵਗੈਰਾ ਹੁੰਦੇ ਰਹਿੰਦੇ ਆ, ਨਵੀਆਂ ਵੈਰਾਈਟੀਜ਼ ਤਿਆਰ ਕਰਦੇ ਰਹਿੰਦੇ, ਉਹਦੇ ਨਾਮ ਤੋਂ ਹੀ ਆ ਰਾਜੇ PAU 911 ਤੇ ML 818। ਇਹ ਕਿਹਦੀ ਵੈਰਾਈਟੀਜ਼ ਨੇ, ਮੂੰਗ ਦੀਆਂ ਵੈਰਾਈਟੀਜ਼ ਨੇ। ਰਾਈਟ ਹੈ ਜੀ। ਤਾਂ ਇਹ ਸਾਰੀਆਂ ਦੇਖੋ ਮੇਨ ਫਸਲਾਂ ਹੈਗੀਆਂ, ਇਹਦੀ ਇੱਕ ਅੱਧੀ ਵੈਰਾਈਟੀ ਯਾਦ ਜ਼ਰੂਰ ਰੱਖ ਲਿਓ। ਤੇ ਕਿਹਦੇ ਅੰਡਰ ਆਉਂਦੀਆਂ ਨੇ ਇਹ ਵੀ ਯਾਦ ਰੱਖਿਓ, ਕਿਉਂਕਿ ਅਨਾਜ ਦੀ ਪੁੱਛ ਲੂਗਾ ਕਿ ਮੱਕੀ ਕਿਹਦੇ ਅੰਡਰ ਆਉਂਦੀ ਆ, ਤਾਂ ਤੁਸੀਂ ਯਾਦ ਰੱਖਣਾ ਸੀਰੀਅਲ ਦੇ ਅੰਡਰ ਆਉਂਦੀ ਹੈ, ਅਨਾਜ ਦੇ ਅੰਡਰ ਆਉਂਦੀ ਹੈ। ਓਕੇ ਜੀ। ਨੈਕਸਟ ਚੱਲਦੇ ਹਾਂ ਆਪਾਂ। ਸੈਕਿੰਡ ਆ ਗਿਆ ਆਪਣਾ ਮਾਹ, ਠੀਕ ਹੈ। ਤਾਂ ਮਾਹ ਪੰਜਾਬੀ ਦੇ ਵਿੱਚ ਤਾਂ ਪਤਾ ਹੋਊਗਾ, ਆਪਾਂ ਇੰਗਲਿਸ਼ ਦੇ ਵਿੱਚ ਦੇਖ ਲੈਂਦੇ ਹਾਂ। ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਇਹਨੂੰ, ਆ ਤੁਹਾਡੇ ਸਾਹਮਣੇ ਪਿਆ, ਨਾਲ ਹੀ ਪਈ ਆ ਮੈਸ਼। ਤਾਂ ਮਾਹ ਦੇ ਵਿੱਚ ਕੀ ਹੁੰਦਾ ਰਾਜੇ, ਇਹਦੇ ਵਿੱਚ ਠੀਕ ਹੈ, ਯਾਦ ਰੱਖਣ ਦੀ ਕੋਈ ਗੱਲ ਨਹੀਂ। ਇਹਦੇ ਵਿੱਚ ਆਪਾਂ ਵੈਰਾਈਟੀਜ਼ ਯਾਦ ਰੱਖ ਲੈਣੀਆਂ ਨੇ, ਜਿਵੇਂ 114 ਤੇ 338। ਵੈਸੇ ਇੰਨਾ ਇੰਪੋਰਟੈਂਟ ਨਹੀਂ ਹੈਗਾ, ਇਹ ਸਿਰਫ ਤੁਹਾਡੀ ਨੌਲੇਜ ਵਾਸਤੇ ਮੈਂ ਲਿਖਤਾ। ਜਿਹੜੇ ਇੰਪੋਰਟੈਂਟ ਹੈਗਾ ਰਾਜੇ, 3 ਮੇਨ ਕ੍ਰੌਪ ਹੈਗੀਆਂ ਨੇ, ਰਾਈਸ, ਬਾਸਮਤੀ ਐਂਡ ਮੱਕੀ। ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ, ਅੱਗੇ ਮੂਵ ਕਰਦੇ ਹਾਂ ਸੋਇਆਬੀਨ ਦੇ ਉੱਪਰ। ਤਾਂ ਸੋਇਆਬੀਨ ਕਾਫੀ ਮਹੱਤਵਪੂਰਨ ਹੈ ਰਾਜੇ, ਕਿਉਂਕਿ ਜਿਹੜਾ ਸੋਇਆਬੀਨ ਹੁੰਦਾ ਉਹਦੇ ਵਿੱਚ ਪ੍ਰੋਟੀਨ ਵਗੈਰਾ ਬਹੁਤ ਹੁੰਦਾ ਹੈ। ਆਪਾਂ ਯੂਜ਼ ਕਰਦੇ ਹਾਂ, ਕਿਉਂਕਿ ਪਨੀਰ ਤੋਂ ਹੋ ਗਿਆ, ਮੀਟ ਮੱਛੀ ਤੋਂ ਜ਼ਿਆਦਾ ਸੋਇਆਬੀਨ ਦੇ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ। ਤਾਂ ਇਹਦੇ ਜੇ ਦੇਖੋ ਪੈਦਾਵਾਰ ਦੇ ਵਿੱਚ ਸਭ ਤੋਂ ਨੰਬਰ 1 ਤੇ ਕੌਣ ਆ ਗਿਆ, USA ਆ ਗਿਆ। ਤੇ ਮੱਧ ਪ੍ਰਦੇਸ਼ ਕੀ ਹੋ ਗਿਆ, ਇੰਡੀਆ ਦੇ ਲੈਵਲ ਦੇ, ਸਟੇਟ ਲੈਵਲ ਦੇ ਵਿੱਚ, ਨੈਸ਼ਨਲ ਲੈਵਲ ਦੇ ਵਿੱਚ ਕੀ ਹੋ ਗਿਆ, ਸਭ ਤੋਂ ਅੱਗੇ ਹੋ ਗਿਆ। ਹੁਣ ਤੁਸੀਂ ਆਮ ਸੁਣਦੇ ਹੋਵੋਗੇ ਸੋਇਆ ਦੁੱਧ ਸੁਣਦੇ ਹੋਵੋਗੇ, ਸੋਇਆ ਪਨੀਰ ਸੁਣਦੇ ਹੋਵੋਗੇ, ਬੇਕਰੀ ਚੀਜ਼ਾਂ ਹੋ ਗਈਆਂ ਸੋਇਆ ਤੋਂ ਬਣਦੀਆਂ। ਤਾਂ ਸੋਇਆਬੀਨ ਇਸੇ ਕਰਕੇ ਇੰਪੋਰਟੈਂਟ ਹੈ ਰਾਜੇ, ਇਹਦਾ ਯਾਦ ਰੱਖ ਲਿਓ ਕਿਹੜਾ ਅੱਗੇ ਹੈ ਦੇਸ਼
ਤੇ ਕਿਹੜਾ ਸਟੇਟ ਅੱਗੇ ਆ। ਤੇ ਇਹਦੀਆਂ ਅਗਰ ਆਪਾਂ ਵੈਰਾਈਟੀਜ਼ ਦੀ ਗੱਲ ਕਰੀਏ SL 958 ਤੇ SL 744 ਇਹ ਕਿਹਦੀਆਂ ਵੈਰਾਈਟੀਜ਼ ਨੇ, ਸੋਇਆਬੀਨ ਦੀਆਂ ਵੈਰਾਈਟੀਜ਼ ਨੇ। ਬਸ ਇੰਨਾ ਹੀ ਯਾਦ ਰੱਖਣਾ, ज़्यादा पॉइंट टू पॉइंट याद रखना है, बस ज़्यादा डिटेल जाने की जरूरत नहीं। हुण अगे आपां थर्ड कैटेगरी वाल मूव कर रहे हैं राजे। थर्ड आ गई अपने कोले तेल वालियां फसलां, जिहदे बीज तो आपां की बनाउणे आ, तेल बनाउणे आ, है ना। तो हुण तेल की गल करिए राजे, ਜਿਹੜਾ USA हैगा ਉਹਦੇ ਵਿੱਚ ਕੀ ਹੈ, ਸਭ ਤੋਂ ਵੱਧ ਬਣਾਈਆਂ ਪੈਦਾ ਕੀਤੀਆਂ ਜਾਂਦੀਆਂ ਫਸਲਾਂ ਜਿਹਦੇ ਵਿੱਚ ਤੇਲ ਨਿਕਲਦਾ, ਠੀਕ ਹੈ। ਤੇ ਜੇ ਆਪਾਂ ਭਾਰਤ ਲੈਵਲ ਦੀ ਗੱਲ ਕਰੀਏ, ਇੰਡੀਆ ਲੈਵਲ ਦੀ ਗੱਲ ਕਰੀਏ, ਤਾਂ ਤੁਹਾਨੂੰ ਮੈਂ ਦੱਸਿਆ ਜਿਹੜੇ ਫਸਲਾਂ ਹੁੰਦੀਆਂ ਜਿਵੇਂ ਜਿਹਦੇ ਵਿੱਚ ਤੇਲ ਨਿਕਲਦਾ ਜਾਂ ਦਾਲਾਂ ਵਗੈਰਾ ਹੋ ਗਈਆਂ, ਇਹ ਰਾਜਸਥਾਨ ਦੇ ਵਿੱਚ ਸਭ ਤੋਂ ਵੱਧ ਪਾਈਆਂ ਜਾਂਦੀਆਂ, ਕਿਉਂਕਿ ਉੱਥੇ ਕੀ ਹੈ, ਖੁਸ਼ਕ ਇਲਾਕਾ, ਇਹਨਾਂ ਨੂੰ ਪਾਣੀ ਵਗੈਰਾ ਘੱਟ ਚਾਹੀਦਾ ਹੁੰਦਾ। ਤਾਂ ਰਾਈਟ ਹੈ, ਯਾਦ ਰੱਖਿਓ ਰਾਜੇ। ਹੁਣ ਇਹਦੇ ਵਿੱਚ ਕੀ ਆ, ਤੇਲ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਹਾਂ। ਜਿਹੜੀ ਪਹਿਲੀ ਫਸਲ ਆਉਂਦੀ ਤੇਲ ਦੇ ਅੰਡਰ ਉਹ ਹੈਗੀ ਆ ਮੂੰਗਫਲੀ, ਠੀਕ ਹੈ। ਗਰਾਊਂਡਨਟ ਕਹਿ ਦਿੰਦੇ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ। ਤਾਂ ਇਹਦੇ ਵਿੱਚ ਕੀ ਆ, ਅਗਰ ਇਹਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਫੇਰ ਅੱਗੇ ਆ ਗਿਆ ਕੌਣ, ਚੀਨ। ਚੀਨ ਇਹ ਸਭ ਤੋਂ ਅੱਗੇ ਹੈ। ਤੇ ਗੁਜਰਾਤ ਕੀ ਹੈ, ਇਹਦੇ ਵਿੱਚ ਸਭ ਤੋਂ ਵੱਧ ਮੋਹਰੀ ਹੈ, ਕਿਹਦੇ ਲੈਵਲ ਤੇ, ਇੰਡੀਆ ਲੈਵਲ ਦੇ ਵਿੱਚ। ਓਕੇ ਜੀ। ਤੇ ਪੰਜਾਬ ਦੇ ਵਿੱਚ ਦੇਖੋ ਯਾਦ ਰੱਖਣ ਦੀ ਜ਼ਰੂਰਤ ਨਹੀਂ, ਕਹਿੰਦਾ 1500 ਹੈਕਟਰ ਰਕਬੇ ਦੇ ਵਿੱਚ ਕੀਤੀ ਜਾਂਦੀ ਹੈ ਇਹਦੀ ਕਾਸ਼ਤ। ਓਕੇ, ਯਾਦ ਕੀ ਰੱਖਣਾ ਆਪਾਂ, ਮੂੰਗਫਲੀ ਕਿਹਦੇ ਅੰਡਰ ਆਉਂਦੀ ਆ, ਤੇਲ ਬੀਜ ਫਸਲਾਂ ਦੇ ਅੰਡਰ ਆਉਂਦੀ ਹੈ। ਚੀਨ ਸਭ ਤੋਂ ਅੱਗੇ ਹੈ। ਤੇ ਗੁਜਰਾਤ ਕੀ ਆ, ਭਾਰਤ ਦਾ ਸਭ ਤੋਂ ਵੱਧ ਪੈਦਾਵਾਰ ਵਾਲਾ ਸਟੇਟ ਹੈ, ਕਿਹਦੇ ਵਿੱਚ, ਮੂੰਗਫਲੀ ਦੇ ਵਿੱਚ। ਹੁਣ ਮਤਲਬ ਕਿ ਵੈਰਾਈਟੀਜ਼ ਪੜ੍ਹ ਲੈਂਦੇ ਆਪਾਂ, ਜਿਵੇਂ SG 99 ਤੇ SG 84 ਕਿਹਦੀਆਂ ਵੈਰਾਈਟੀਜ਼ ਨੇ, ਆਪਣੀਆਂ ਮੂੰਗਫਲੀ ਦੀਆਂ ਵੈਰਾਈਟੀਜ਼ ਨੇ। ਹੁਣ ਨੈਕਸਟ ਮੂਵ ਕਰਨ ਲੱਗੇ ਆਪਾਂ ਰਾਜੇ, ਤੇਲ ਤੋਂ ਬਾਅਦ ਆਪਾਂ ਅੱਗੇ ਥਰਡ ਵਨ ਤੇ ਪਹੁੰਚ ਗਏ, ਜਿਵੇਂ ਕਪਾਹ ਹੋ ਗਿਆ, ਕਮਾਦ ਹੋ ਗਿਆ ਤੇ ਸੌਣੀ ਦੇ ਚਾਰੇ, ਠੀਕ ਹੈ। ਜਿਹੜੀਆਂ ਨੈਕਸਟ ਜਿਹੜੀਆਂ ਫਸਲਾਂ, ਜਿਵੇਂ ਹੁਣ ਤੁਸੀਂ ਸ਼ੂਗਰ ਕੈਨ, ਤੁਹਾਨੂੰ ਪਤਾ ਹੀ ਹੋਊਗਾ ਕਿ ਉਹ ਤੋਂ ਆਪਾਂ ਖੰਡ ਵਗੈਰਾ ਬਣਾਉਣੇ ਆ, ਗੁੜ ਵਗੈਰਾ ਬਣਾਉਣੇ ਆ। ਤੇ ਕਪਾਹ ਹੋ ਗਿਆ, ਜਦੋਂ ਆਪਣੇ ਤੁਸੀਂ ਜੀਨ ਸਭ ਵੀ ਪਾਉਂਦੇ ਹੋਵੋਗੇ, ਜੀਨ ਕਾਟਨ ਤੋਂ ਬਣਦੀ ਹੈ, ਠੀਕ ਹੈ, ਕਾਟਨ ਦੇ ਥਰੈਡ ਤੋਂ ਬਣਦੀ ਹੈ ਜੀਨ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਚਾਰਾ ਹੋ ਗਿਆ, ਜਿਵੇਂ ਪਸ਼ੂਆਂ ਵਾਸਤੇ ਆਪਾਂ ਕੋਈ ਵੀ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਪੱਠੇ, ਜਿਹੜਾ ਕਿ ਜਾਨਵਰਾਂ ਦਾ ਚਾਰਾ ਹੁੰਦਾ। ਹੁਣ ਉਹ ਸਾਰੇ ਪੜ੍ਹਨੇ ਆਪਾਂ ਇਸ ਕੈਟਾਗਰੀ ਦੇ ਵਿੱਚ। ਸਭ ਤੋਂ ਜਿਹੜੀ ਇੰਪੋਰਟੈਂਟ ਹੈਗੀ ਰਾਜੇ ਉਹ ਹੈਗੀ ਆ ਕਾਟਨ, ਕਪਾਹ, ਠੀਕ ਹੈ। ਅੱਗੇ ਮੈਂ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੋਇਆ, ਤੁਸੀਂ ਪੜ੍ਹ ਲਿਓ। ਕਾਟਨ ਕੀ ਹੈ, ਸਭ ਤੋਂ ਮੋਸਟ ਇੰਪੋਰਟੈਂਟ ਹੈ, ਕਿਹਦੇ ਅੰਡਰ, ਥਰਡ ਕੈਟਾਗਰੀ ਦੇ ਅੰਡਰ। ਹੁਣ ਇਹਦੇ ਵਿੱਚ ਦੇਖਦੇ ਹਾਂ ਵੀ ਸਭ ਤੋਂ ਵੱਧ ਜਿਹੜੀ ਕਪਾਹ ਹੁੰਦੀ, ਦੇਖੋ ਫਿਰ ਚੀਨ ਦੇ ਵਿੱਚ ਹੁੰਦੀ ਹੈ। ਕਿੱਥੇ ਹੁੰਦੀ ਹੈ, ਚੀਨ ਦੇ ਵਿੱਚ। ਦੇਖੋ ਚੀਨ ਦੇ ਵਿੱਚ ਕਿੰਨਾ ਕੁਛ ਅੱਗੇ ਆ ਚੀਨ, ਠੀਕ ਹੈ। ਇਸ ਤੋਂ ਬਾਅਦ ਗੁਜਰਾਤ ਕੀ ਆ ਆਪਣਾ, ਇੰਡੀਆ ਲੈਵਲ ਦੇ ਵਿੱਚ ਸਭ ਤੋਂ ਨੰਬਰ 1 ਤੇ ਹੈ। ਤੇ ਅਗਰ ਆਪਾਂ ਹੁਣ ਇਹਦੇ ਵਿੱਚ ਵੈਰਾਈਟੀਜ਼ ਬਹੁਤ ਇੰਪੋਰਟੈਂਟ ਹੈ, ਕਿਉਂਕਿ ਵੈਰਾਈਟੀ ਵਾਰ-ਵਾਰ ਪੁੱਛੀਆਂ ਜਾਂਦੀਆਂ ਨੇ, ਕਿਉਂਕਿ ਰਾਜੇ ਦਿਨ ਬਾ ਦਿਨ ਕੀ ਹੋ ਰਿਹਾ ਹੈ, ਜਿਹੜੀ ਕਾਟਨ ਹੋ ਗਈ, ਕਪਾਹ ਹੋ ਗਈ, ਨਰਮਾ ਹੋ ਗਿਆ, ਇਹਦੀ ਜਿਹੜੀ ਫਸਲ ਹੈ ਦਿਨ ਬਾ ਦਿਨ ਇਹਦੀ ਘਟਦੀ ਜਾ ਰਹੀ ਹੈ, ਕਿਉਂਕਿ ਲੋਕ ਕੀ ਕਰਦੇ ਆ, ਇਹਦੇ ਵਿੱਚ ਮਿਹਨਤ ਜ਼ਿਆਦਾ ਹੁੰਦੀ ਹੈ ਤੇ ਇਹਦਾ ਰੇਟ ਘੱਟ ਮਿਲਦਾ, ਇਸ ਕਰਕੇ ਕੀ ਹੈ, ਦਿਨ ਬਾ ਦਿਨ ਇਹ ਘਟਦੀ ਜਾ ਰਹੀ ਹੈ ਫਸਲ। ਇਸ ਕਰਕੇ ਹੋ ਸਕਦਾ ਇਹਦੇ ਬਾਰੇ ਜ਼ਿਆਦਾ ਪੁੱਛਿਆ ਜਾਵੇ। ਤਾਂ ਇਹਦੇ ਵਿੱਚ ਜਿਵੇਂ ਹੋ ਗਿਆ ਬੀਟੀ ਨਰਮੇ ਦੀ ਇੱਕ ਅਪਰੂਵਡ ਵੈਰਾਈਟੀ ਸੀਗੀ। ਇਹਦੇ ਵਿੱਚ ਜਿਵੇਂ ਤੁਹਾਡੀ RCH 650 ਹੋ ਗਿਆ, 855 ਹੋ ਗਿਆ, ਠੀਕ ਹੈ, ਅੰकुर ਹੋ ਗਿਆ 3028, ਇਹ ਬਹੁਤ ਮਸ਼ਹੂਰ ਹੈ, ਠੀਕ ਹੈ। ਇਹ ਸਾਰੀਆਂ ਤੁਸੀਂ ਕੀ ਕਰ ਲੈਣੀਆਂ ਨੇ, ਪੜ੍ਹ ਲੈਣੀਆਂ ਨੇ ਇੱਕ ਵਾਰੀ ਯਾਦ। ਤੇ ਜੇ ਆਪਾਂ ਦੇਸੀ ਕਪਾਹ ਦੀ ਗੱਲ ਕਰੀਏ, ਇਹਦੇ ਵਿੱਚ ਆ ਜਾਂਦੀਆਂ ਆਪਣੀਆਂ ਨੇ ਡਿਊਅਲ ਕਿਸਮਾਂ ਹੁੰਦੀਆਂ ਨੇ, ਜਿਵੇਂ PAU 626, ਠੀਕ ਹੈ, ਨਾਰਮਲ ਹੋ ਗਈ, ਜਿਵੇਂ FDK 124, LD 694, ਇਹ ਸਾਰੀਆਂ ਕੀ ਨੇ, ਵੈਰਾਈਟੀਜ਼ ਨੇ ਇਹਦੀਆਂ। ਇਹ ਤੁਸੀਂ ਜ਼ਰੂਰ ਪੜ੍ਹ ਲਿਓ ਇੱਕ ਵਾਰੀ। ਆ ਤੁਹਾਨੂੰ ਮੈਂ ਲਿਖਿਆ ਹੋਇਆ, ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੋਇਆ, ਇਹਨੂੰ ਪੜ੍ਹ ਲਿਓ। ਓਕੇ ਜੀ, ਇਹ ਸੀਗੀ ਕਾਫੀ ਮਸ਼ਹੂਰ ਕਾਟਨ। ਨੈਕਸਟ ਸ਼ੂਗਰ ਕੈਨ ਵੀ ਰਾਜੇ ਬਹੁਤ ਇੰਪੋਰਟੈਂਟ ਹੈ। ਇਹ ਵੀ ਕੀ ਆ, ਆਪਣੀ ਯੂਪੀ ਵਾਲੀ ਸਾਈਡ ਜ਼ਿਆਦਾ, ਠੀਕ ਹੈ, ਬੀਜਿਆ ਜਾਂਦਾ। ਤਾਂ ਦੇਖੋ ਸਭ ਤੋਂ ਅੱਗੇ ਕਿਹੜਾ ਦੇਸ਼ ਹੈ, ਬ੍ਰਾਜ਼ੀਲ ਦੇ ਵਿੱਚ ਸਭ ਤੋਂ ਵੱਧ ਸ਼ੂਗਰ ਕੈਨ ਦੀ ਰਾਜੇ ਪੈਦਾਵਾਰ ਹੁੰਦੀ ਹੈ। ਤਾਂ ਤੁਹਾਨੂੰ ਮੈਂ ਦੇਖੋ ਬੋਲ ਕੇ ਹਟਿਆ, ਯੂਪੀ, ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਕੀ ਹੁੰਦਾ, ਗੰਨਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਮਾਦ ਪੰਜਾਬੀ ਦੇ ਵਿੱਚ, ਤੇ ਇੰਗਲਿਸ਼ 'ਚ ਕੀ ਕਹਿ ਦਿੰਦੇ ਹਾਂ, ਸ਼ੂਗਰ ਕੇਨ, ਰਾਈਟ ਹੈ ਜੀ। ਤੇ ਹੁਣ ਆਪਾਂ ਗੱਲ ਕਰਦੇ ਤਾਂ ਪ੍ਰਾਪਤ ਕੀ ਹੁੰਦਾ ਰਾਜੇ, ਖੰਡ ਦੀ ਪ੍ਰਾਪਤੀ ਹੁੰਦੀ ਹੈ, ਠੀਕ ਹੈ। ਖੰਡ ਆਪਾਂ ਜਿਹੜੀ ਖਾਂਦੇ ਹਾਂ, ਠੀਕ ਹੈ, ਸ਼ੂਗਰ ਖਾਂਦੇ ਆਪਾਂ, ਉਹ ਸਾਰੀ ਪ੍ਰਾਪਤੀ ਕਿੱਥੋਂ ਹੁੰਦੀ ਹੈ, ਸ਼ੂਗਰ ਕੇਨ ਤੋਂ ਹੁੰਦੀ ਹੈ। ਤੇ ਇਹਦੇ ਵਿੱਚ ਕੀ ਹੈ ਰਾਜੇ, ਥੋੜੀ ਵੈਰਾਈਟੀਜ਼ ਕਿਹੜੀਆਂ ਹੈਗੀਆਂ, COJ 85, COJ 83, ਇਹ ਸਾਰੀਆਂ ਕੀ ਨੇ, ਵੈਰਾਈਟੀਜ਼ ਨੇ ਰਾਜੇ, ਇਹ ਤੁਸੀਂ ਪੜ੍ਹ ਲਿਓ। ਓਕੇ ਜੀ। ਵੈਰਾਈਟੀਜ਼ ਵੈਸੇ ਇੰਨੀਆਂ ਨਹੀਂ ਪੁੱਛੀਆਂ ਜਾਣਗੀਆਂ, ਮੇਨ ਕ੍ਰੌਪ ਦੀਆਂ ਪੁੱਛੀਆਂ ਜਾਣਗੀਆਂ, ਜਿਵੇਂ ਕੋਈ ਝੋਨਾ ਹੋ ਗਿਆ, ਬਾਸਮਤੀ ਹੋ ਗਈ, ਮੱਕੀ ਹੋ ਗਈ, ਜਾਂ ਫਿਰ ਥੋੜਾ ਅੱਗੇ ਉਧਰ ਕਣਕ ਵਗੈਰਾ ਹੋ ਗਈ। ਪਰ ਫਿਲਹਾਲ ਆਪਾਂ ਸਾਰੀਆਂ ਤੁਹਾਡੇ ਸਾਹਮਣੇ ਲਿਖਤੀਆਂ ਨੇ, ਤੁਸੀਂ ਇਹਨਾਂ ਨੂੰ ਪੜ੍ਹ ਸਕਦੇ ਹੋ, ਯਾਦ ਕਰ ਸਕਦੇ ਹੋ, ਕਿਉਂਕਿ ਹਰੇਕ ਤਰ੍ਹਾਂ ਦਾ ਸਟੂਡੈਂਟ ਹੁੰਦਾ। ਹਰੇਕ ਸਟੂਡੈਂਟ ਕਹਿੰਦੇ ਕਿ ਸਰ ਤੁਸੀਂ ਉਹਦੀਆਂ ਵੈਰਾਈਟੀਜ਼ ਨਹੀਂ ਕਰਾਈਆਂ, ਇਹਦੀਆਂ ਕਰਵਾਤੀਆਂ, ਉਹ ਰਹਿ ਗਿਆ। ਤਾਂ ਇਸ ਕਰਕੇ ਮੈਂ ਸਾਰਾ ਕੁਛ ਹੀ ਕਰਵਾਤਾ, ਠੀਕ ਹੈ, 101%।
ਹੁਣ ਲਾਸਟ वन आ गई अपने कोले चारे वालियां फसलां। चारे वालियां फसलां की है राजे, जिहड़ा पशुओं की खुराक वास्ते एक मुख अंग है। तो हुण आपां घरां दे विच पशु पालदे आ, पिंडां दे विच आम दुੱਧ वास्ते, ठीक है, मक्खन दही खाने, तुसीं देसी घ्यो खाने आ भाई, वो सारा पशुओं तो मिलता है। तो पशु कुछ खाणगे तां ही दुੱਧ वगैरह देणगे। तो पशुओं के वास्ते जिहड़ियां फसलां हुंदियां राजे, उन्हां नूं कह दिंदे ने चारे वालियां फसलां। तो पिंडां वालियां नूं पता ही होगा राजे दे विच, जिवें अपनी मक्की हो गई, जवार हो गई, बरसीन हो गई, ठीक है, घाह हो गया, गवारा हो गया, सारा कुछ आउंदा है। तो सब तो पहलां पढ़दे आं आपां मक्की दे बारे। ਹੁਣ ਮੱਕੀ ਜਿਹੜੀ ਹੈਗੀ ਆ ਰਾਜੇ, ਜਿਹੜੀ ਸੌਣੀ ਦੀ ਰੁੱਤ ਹੋ ਗਈ ਆਪਣੀ, ਉਹਦੇ ਵਿੱਚ ਮੁੱਖ ਚਾਰਾ ਹੈ ਇਹ। ਤਾਂ ਇਹਦੇ ਵਿੱਚ ਕੀ ਹੁੰਦਾ ਰਾਜੇ, ਇਹ ਉਹ ਫਸਲਾਂ ਨੇ ਜਿਹੜੀਆਂ ਕਿ ਵਾਰ-ਵਾਰ ਆਪਾਂ ਕੱਟ ਸਕਦੇ ਹਾਂ। ਇਹਨਾਂ ਨੂੰ ਆਪਾਂ ਇੱਕ ਵਾਰੀ ਬੀਜਤਾ ਨਾ, ਤਾਂ ਆਪਾਂ ਇਹਨਾਂ ਨੂੰ ਵਾਰ-ਵਾਰ ਕੱਟ ਸਕਦੇ ਹਾਂ, ਠੀਕ ਹੈ। ਤਾਂ ਰੀਪਰੋਡਕਸ਼ਨ ਹੁੰਦੀ ਰਹਿੰਦੀ ਇਹਨਾਂ ਦੀ। ਤਾਂ ਇਹ ਦੇਖੋ ਕਹਿੰਦਾ ਵੀ 50-60 ਦਿਨਾਂ ਦੇ ਵਿੱਚ ਕਹਿੰਦਾ ਕਟਾਈ ਲਈ ਤਿਆਰ ਹੋ ਜਾਂਦੀਆਂ ਜੇ ਇੱਕ ਵਾਰੀ ਬੀਜ ਦਈਏ। ਤਾਂ ਇਹਨਾਂ ਨੂੰ ਕਹਿੰਦਾ ਪਸ਼ੂਆਂ ਦੇ ਵਾਸਤੇ ਬਹੁਤ ਚੰਗਾ ਸਮਝਿਆ ਜਾਂਦਾ, ਕਿਉਂਕਿ ਦੁੱਧ ਦੇਣ ਵਾਲੇ ਪਸ਼ੂ ਇਹਨੂੰ ਖੁਸ਼ ਹੋ ਕੇ ਖਾਂਦੇ ਆ। ਕਿਹਨੂੰ? ਮੱਕੀ ਨੂੰ। तो यदि किस्म केड़ी है राजे J1006, याद रख लियो, मेन फसल है अपनी चारे वास्ते। ओके जी, आ थोड़े सामने मैं लिखा होया, इनू याद रखना है। अगे आ गया जवार, जिन्होंने आप पंजाबी दे विच चरी कह दिंदे आ। तो राजे इनू ये बहुत इंपोर्टेंट है, क्योंकि ना ये काफ़ी देर तक हरी रहिंदी है। जे आप आम बीजीए तो कुछ देर बाद वो पीलियां पैणियां शुरू हो जांदियां। ते ये की है राजे, ये काफ़ी देर तक हरी रहिंदी है, मतलब कि ताज़ी रहिंदी है। तो पशु इनू की करते हैं, खुश होकर खाते हैं। जिवें आपां की करते हैं, आपां जिवें बर्गर वगैरह, पीजे वगैरह, ठीक है, बड़े खुश होकर खाने, है ना। रोटी तो अपन घट ही चंगी लगती है अजकल की जनरेशन नूं, उवें पशुओं नूं भाई ये वधिया चंगी लगती है जवार ते चरी। तो इहदी हैगी भाई SL44। तो इंग्लिश दे विच भी पढ़ लिओ भाई तुसीं सारे, ठीक है। ये हैगा तुहाडा नैक्सट। अच्छा, हुण गल करते हैं, क्वेश्चन पूछा गया भाई, कहंदा द थर्ड मोस्ट इंपोर्टेंट फूड क्रॉप ऑफ द आवर कंट्री। तो जिवें राइस ते वीट तो आ गए मेन, तो थर्ड देखो, थर्ड किहड़ा अपना जवाहर। तो जवार राजे पूछा जा सकता है। हुण तुसीं कहोगे सर जवार कित्थे लिखिया, तो इंग्लिश दे विच भी जवार लिखिया होया, देखो तुसीं, तां ही मैं कहना भी देसी नाम भी याद रखने ने, ठीक है। आ देखो लिखिया होया ना, जवार भी कहंदे आ, चरी भी कहंदे आ। तो तां ही मैं तुहानूं कहना भी देसी नाम ही पूछे जाणगे बेसिकली, ठीक है। इंग्लिश दे विच भी देसी नाम याद रखने जरूरी ने। जवाहर। नैक्सट गल करते हैं बाजरा। तो ठीक है, गाना भी सीगा, है तेरे बाजरे की राखी हुण मैं ना बहिंदी वे, है ना। तो उत्थे याद रख लियो भाई, बाजरा की हुंदा, कहंदा चारे दी एक सख्त फसल है। तो कित्थे हुंदी है? गर्मियां दे खुश्क मौसम दे विच हुंदी है, ठीक है। तो इहदे विच राजे तुहाडी आ गई PHBF1 ते FBC16। तो बस इन्ना ज़्यादा इंपोर्टेंट नहीं हैगा, बस इन्हूं याद रख लियो, पढ़ लियो। हो सकता तुहानूं पेपरां दे विच पुछया जावे। पुछया की जाऊगा, ये पुछया जा सकता। देखो याद की रखने वाली गल है, देखो निक्की जी गल याद रखने वाली है। कित्थे हुंदा, कहंदा गर्म ते खुश्क मौसम नूं सहार सकदा है। तो बेसिकली जिथे की है भी पानी की कमी है, गर्मी ज़्यादा पैंदी है, तुहानूं पता ही गर्मी कित्थे ज़्यादा पैंदी है, राजस्थान। तो पुछ लो, कहंदा विच स्टेट इज़ द लार्जेस्ट प्रोड्यूसर ऑफ द बाजरा। तो राजस्थान तो याद रख लियो। पर स्लाइड तो की याद रखना तुसीं भी, खुश्क मौसम दे विच किहड़ी फसल हो सकती है। तो खुश्क तो याद रखना राजस्थान। तो बस टिक कर देना चुप करके राजस्थान। ओके जी। हुण की है लास्ट दे विच मैं तुहानूं एक क्वेश्चन पुछ रहा। आई होप तुहानूं ये सारियां सौनी दी फसलां की हो गई होणगियां, क्लीयर हो गई होणगियां। अगली बार करांगे आपां हाड़ी दी फसलां, जिहदे विच पढ़ांगे आपां कणक वगैरह, ठीक है। तो तुसीं मैनूं क्वेश्चन दसना बई, कहंदा विच ऑफ द फॉलोइंग क्रॉप्स इज़ ए मेजर सोर्स ऑफ द प्रोटीन इन ए वैजीटेरियन डाइट। तो जिहड़ा शाकाहारी डाइट है भाई, उहदे विच सब तो वध प्रोटीन की डाइट दे विच किहड़ी फसल पाई जाती है? वीट, राइस, पल्सिस जां ऑयल सीड। तो इदां तुहानूं क्वेश्चन पूछे जाणगे, आंसर जरूर करना है। तो वीडियो किवें दी लगी ये भी जरूर दसना है, क्योंकि तुसीं एप्रीशिएशन भी कर सकते हो, कोई कमी बची लगे वो भी दस सकते हो, पर आंसर जरूर करके जाना है। तो वीडियो नूं घट्टो घट्ट किरपा करके 2 बार रिपीट कर लिओ, क्योंकि ये जिहड़ियां हैगियां ने राजे एक बार दे विच याद होने वालियां गल्लां नहीं हैगियां, 2 बार तुहानूं देखनी जरूरी है। इस तो इलावा तुसीं PDF वगैरह रिपीट कर सकते हो। धन्नवाद। आई होप तुहानूं काफ़ी इन्फॉर्मेटिव लगा होगा अज दा सैशन। मिलते हैं आपां एक नवीं वीडियो दे नाल। तद तक वास्ते धन्नवाद। सरबत दा भला बाबा मेहर करे। मेहनतां करदे रहो, क्योंकि मेहनतां नूं ही फल लगणगे। बाय, धन्नवाद।